शैतानिर्रजीम बिस्मिल्लाहिर्रहमानिर्रहीम। मैं हूं आपका मेज़बान ताहिर राव और आपको हाइड पार्क में खुशामदीद कहता हूं। नाजरीन, ਅੱਜ ਪਾਕਿਸਤਾਨ ਦੇ ਵਿੱਚ ਜਿਹੜਾ ਹੈ ਉਹ ਪੰਜਾਬ ਕਲਚਰਲ ਡੇ ਮਨਾਇਆ ਜਾ ਰਿਹਾ ਹੈ। ਇਹ ਜਦੋਂ ਕੱਲ ਇੱਕ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਤੋਂ ਜਦੋਂ ਇਹ ਗੱਲ ਸਾਹਮਣੇ ਆਈ ਕਿ ਜੀ ਪੰਜਾਬ ਨੂੰ 14 ਮਾਰਚ ਨੂੰ ਮਨਾਇਆ ਜਾਏਗਾ ਪੰਜਾਬ ਕਲਚਰਲ ਡੇ, ਤੇ ਬੜੀ ਖੁਸ਼ਗਵਾਰ ਹੈਰਤ ਹੋਈ, ਕਿਉਂਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹੈਗੇ ਆ ਤੇ ਸਾਰੇ ਜੰਮੇ ਪਲੇ ਉੱਥੇ ਹੈਗੇ ਆ ਪੰਜਾਬ ਦੇ ਵਿੱਚ। ਪੰਜਾਬ ਇੱਕ ਬੜੀ ਪਿਆਰੀ ਜਗ੍ਹਾ ਹੈਗੀ ਹੈ। ਉਸ ਤੋਂ ਬਾਅਦ ਅਸੀਂ ਰੋਜ਼ਗਾਰ ਦੇ ਸਿਲਸਿਲੇ 'ਚ ਮਾਈਗ੍ਰੇਟ ਕਰਕੇ ਕੈਨੇਡਾ ਜਦੋਂ ਆਏ ਤੇ ਉੱਥੇ ਵੀ ਅਸੀਂ ਵੇਖਿਆ ਕਿ ਬਰੈਂਪਟਨ, ਪੀਰ ਲੀਜਨ, ਟੋਰਾਂਟੋ ਦੇ ਵਿੱਚ ਪੰਜਾਬੀ ਕਲਚਰ ਬੜਾ ਬਹੁਤ ਜ਼ਿਆਦਾ ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ, ਬੜਾ ਸਟਰੋਂਗ ਪੰਜਾਬੀ ਕਲਚਰ ਪਾਇਆ ਜਾਂਦਾ ਹੈ। ਲੇਕਿਨ ਪਾਕਿਸਤਾਨ ਦੇ ਵਿੱਚ ਅਸੀਂ ਜਦੋਂ ਰਹੇ ਹਾਂ, ਇਹ ਬੜਾ ਸਾਨੂੰ ਡਿਲੇਮਾ ਫੇਸ ਕਰਨਾ ਪਿਆ ਕਿ ਪੰਜਾਬ ਦੇ ਵਿੱਚ ਸਾਡੀ ਪੰਜਾਬੀ ਦਾ ਕੋਈ ਆਪਣਾ ਸਕ੍ਰਿਪਟ ਨਹੀਂ ਹੈਗਾ, ਰਸਮੁਲ ਖਤ ਜਿਹਨੂੰ ਕਹਿੰਦੇ ਆ ਉਹ ਨਹੀਂ ਹੈਗਾ। ਕੋਈ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਐਜ਼ ਅ ਸਬਜੈਕਟ ਨਹੀਂ ਪੜ੍ਹਾਇਆ ਜਾਂਦਾ। ਈਵਨ ਇਹ ਵੇਖਿਆ ਗਿਆ ਹੈ ਕਿ ਜਿਹੜੇ ਪੰਜਾਬੀ ਲੋਕ ਨੇ ਉਹ ਆਪਣੇ ਬੱਚਿਆਂ ਦੇ ਨਾਲ ਜਦੋਂ ਗੱਲ ਕਰਦੇ ਨੇ ਉਰਦੂ ਦੇ ਨਾਲ ਗੱਲ ਕਰਦੇ ਨੇ, ਜਾਂ ਕੋਈ ਪੰਜਾਬੀ ਬੋਲਣਾ ਇੱਕ ਉਹ ਸਮਝਿਆ ਜਾਂਦਾ ਹੈ, ਕੰਪਲੈਕਸ ਸਮਝਿਆ ਜਾਂਦਾ ਹੈ, ਜਾਂ ਕੋਈ ਪੇਂਡੂ ਬੰਦਾ ਸਮਝਿਆ ਜਾਂਦਾ ਹੈ, ਕਹਿ ਰਿਹਾ ਕਿ ਗਂਵਾਰ ਹੈਗੇ ਨੂੰ ਨਹੀਂ ਪਤਾ ਇਸ ਗੱਲ ਦਾ। ਇਹ ਬੜੀ ਅਜੀਬ ਜੀ ਗੱਲ ਹੈ, ਬੜੀ ਕਨਫਲਿਕਟਿੰਗ ਸਾਡੀ ਇਹਦੇ 'ਚ ਹੈ। ਕਿਉਂਕਿ ਪੰਜਾਬ ਤੇ ਇੱਕ ਸੀ 47 ਤੋਂ ਪਹਿਲੇ, ਲੇਕਿਨ ਪੰਜਾਬ ਦਾ ਕਲਚਰ 47 ਜਦੋਂ ਪਾਕਿਸਤਾਨ ਬਣਿਆ, ਮਸ਼ਰਕੀ ਪਾਕਿਸਤਾਨ ਤੇ ਮਗਰਬੀ ਪੰਜਾਬ, ਮਸ਼ਰਕੀ ਪੰਜਾਬ ਤੇ ਮਗਰਬੀ ਪੰਜਾਬ ਇਕੱਠਾ ਹੋਏ, ਅਲੱਗ-ਅਲੱਗ ਹੋਏ, ਤੇ ਉਸ ਤੋਂ ਬਾਅਦ ਬੜਾ ਹੀ ਡਿਸਟਿੰਕਟ ਕਲਚਰ ਹੋ ਗਿਆ, ਬਿਲਕੁਲ ਆਲ ਟੂਗੈਦਰ ਪਤਾ ਹੀ ਨਹੀਂ ਚੱਲਦਾ। ਅਗਰ ਤੁਸੀਂ ਕਿਤੇ ਆਓ ਲਾਹੌਰ ਜਾਂ ਅੰਮ੍ਰਿਤਸਰ ਜਾਓ ਤੇ ਤੁਹਾਨੂੰ ਪਤਾ ਨਹੀਂ ਚੱਲੇਗਾ ਕਿ ਤੁਸੀਂ ਇੱਕੋ ਹੀ ਪੁਰਾਣਾ ਇੱਕ ਮੁਲਕ ਕਹਿ ਲਓ ਜਾਂ ਪੂਰਾ ਇਲਾਕਾ ਸੀ ਜਿਹੜਾ, ਉਹਦੇ 'ਚ ਇੱਕੋ ਇਲਾਕੇ 'ਚ ਉਹ ਬਿਲਕੁਲ ਡਿਫਰੈਂਟ ਲੱਗਦਾ ਤੁਸੀਂ ਕਿਸੇ ਹੋਰ ਸਕਾਫਤ 'ਚ ਆ ਗਏ ਹੋ। ਇਹ ਬੜਾ ਇੱਕ ਹੈ ਸੀ। ਲੇਕਿਨ ਕੁਝ ਅਰਸੇ ਤੋਂ ਜਿਹੜਾ ਹੈ ਬੜੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਖਤਲਿਫ ਹਲਕਿਆਂ ਦੀ ਤਰਫੋਂ ਕਿ ਉਹਨੂੰ ਜਿਹੜਾ ਹੈਗਾ ਨਾ ਪੰਜਾਬੀ ਨੈਸ਼ਨਲਿਜ਼ਮ ਨੂੰ ਉਭਾਰਿਆ ਜਾਏ, ਪੰਜਾਬੀ ਕਲਚਰ ਨੂੰ ਉਭਾਰਿਆ ਜਾਏ। ਉਹਦੇ ਦੋ ਤਰ੍ਹਾਂ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ। ਇੱਕ ਤੇ ਪੰਜਾਬੀ ਪੋਲੀਟੀਕਲ ਉਹਦੇ ਤੇ ਫਰੰਟ ਤੇ ਕੋਸ਼ਿਸ਼ ਹੋ ਰਹੀ ਹੈ, ਇੱਕ ਹੈਗੇ ਕਲਚਰਲ ਫਰੰਟ ਤੇ। ਅੱਜ ਅਸੀਂ ਇੱਕ ਐਸੀ ਸ਼ਖਸੀਅਤ ਨੂੰ ਆਪਣੇ ਸਟੂਡੀਓ 'ਚ ਮਦਊ ਕੀਤਾ ਹੈ ਕਿ ਜਿਹੜਾ ਕਿ ਇੱਕ ਪੋਲੀਟੀਕਲ ਵਰਕਰ ਵੀ ਨੇ, ਉਹਨਾਂ ਦੀ ਸਾਰੀ ਜ਼ਿੰਦਗੀ ਪੋਲੀਟੀਕਲ ਐਕਟਿਵਿਸਟ ਦੇ ਤੌਰ ਤੇ ਗੁਜ਼ਰੀ ਹੈ, ਤੇ ਉਸ ਤੋਂ ਇਲਾਵਾ ਉਹ ਕਲਚਰ ਨੂੰ ਵੀ ਪ੍ਰਮੋਟ ਕਰਦੇ ਨੇ। ਮੇਰੇ ਉਸ ਤੋਂ ਮੁਰਾਦ ਹੈਗੀ ਹੈ ਮਤਲੂਬ ਵੜੈਚ ਸਾਹਿਬ, ਜਿਹੜੇ ਚੇਅਰਮੈਨ ਨੇ ਪੰਜਾਬੀ ਨੈਸ਼ਨਲ ਪਾਰਟੀ ਪਾਕਿਸਤਾਨ ਦੇ ਤੇ ਪੰਜਾਬੀ ਵਿਚਾਰ ਦੇ। ਤੇ ਉਹ ਚੂੰਕਿ ਇੱਕ ਕਲਚਰ ਚੀਜ਼ ਨੂੰ ਵੀ ਲੈ ਕੇ ਚੱਲ ਰਹੇ ਨੇ ਤੇ ਪੋਲੀਟੀਕਲ ਚੀਜ਼ ਨੂੰ, ਐਸਪੈਕਟ ਨੂੰ ਵੀ ਲੈ ਕੇ ਚੱਲ ਰਹੇ ਨੇ, ਤੇ ਉਹਨਾਂ ਕੋਲ ਸਵਾਲ ਪੁੱਛਾਂਗੇ ਕਿ ਪੰਜਾਬੀ ਕਲਚਰ ਅੱਜ ਕਿੱਥੇ ਖਲੋਤਾ ਹੈ ਤੇ ਇਸ ਪੋਜੀਸ਼ਨ ਤੇ ਪਹੁੰਚਿਆ ਹੈ। ਉਹ ਸੈਟਿਸਫਾਈ ਨੇ ਜਿਹੜੀ ਪ੍ਰੋਗਰੈਸ ਹੋ ਰਹੀ ਹੈ, ਜਾਂ ਅੱਜ ਜਿਹੜਾ ਮੌਜੂਦਾ ਕਲਚਰ ਹੈ ਪੰਜਾਬ ਦਾ, ਜਾਂ ਅਗਰ ਖਰਾਬ ਹੋਇਆ ਹੈ, ਵਿਗੜਿਆ ਹੈ, ਤੇ ਉਹ ਕਿਉਂ ਵਿਗੜਿਆ ਹੈ। ਤੇ ਵੈਲਕਮ ਕਰਦੇ ਹਾਂ ਜੀ ਚੌਧਰੀ ਮਤਲੂਬ ਵੜੈਚ ਸਾਹਿਬ ਨੂੰ। ਜੀ ਮਤਲੂਬ ਸਾਹਿਬ, ਬਹੁਤ ਸ਼ੁਕਰੀਆ ਜਾਣ ਕਰਨ ਦਾ ਸਾਨੂੰ ਇਹਦੇ 'ਚ। ਤੇ ਮੈਂ ਆਪਣੀ ਇੰਟਰੋਡਕਸ਼ਨ 'ਚ ਕਾਫੀ ਸਾਰੀ ਚੀਜ਼ਾਂ, ਗੱਲਾਂ, ਸਵਾਲ ਵੀ ਪੁੱਛ ਲਏ ਨੇ ਤੁਹਾਡੇ ਕੋਲ। ਪਹਿਲੇ ਤਾਂ ਇਹ ਦੱਸੋ ਕਿ ਜੀ ਜਿਹੜਾ ਇਹ ਪੰਜਾਬੀ ਕਲਚਰ ਇਸ ਵਕਤ ਮੌਜੂਦ ਹੈਗਾ ਪੰਜਾਬ ਦੇ ਵਿੱਚ, ਤੁਸੀਂ ਉਸ ਤੋਂ ਮੁਤਮਿਨ ਹੋ? ਜੀ ਰਾਜ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਤੁਹਾਡੇ ਨਾਲ ਵੀ ਬੜੀ ਦੇਰ ਤੋਂ ਅਸੀਂ ਇਕੱਠਾ ਕੰਮ ਕਰ ਰਹੇ ਹਾਂ। ਅੱਜ ਇੱਕ ਸਿਆਸੀ ਵਰਕਰ ਦੇ ਤੌਰ ਤੇ ਤੁਹਾਡੀਆਂ ਖਿਦਮਾਤ ਵੀ ਜਿਹੜੀਆਂ ਨੇ ਉਹ ਸਾਰਿਆਂ ਦੇ ਸਾਹਮਣੇ ਨੇ। ਦਰਅਸਲ ਪੰਜਾਬ ਨੈਸ਼ਨਲ ਪਾਰਟੀ ਬਣਾਉਣ ਦਾ ਇੱਕ ਮਕਸਦ ਸੀ, ਇੱਕ ਵਜ੍ਹਾ ਹੈ ਸਾਡੇ ਕੋਲ। ਅੱਜ ਵੀ ਮੈਂ ਸਮਝਣਾ ਕਿ ਤਕਰੀਬਨ ਇੱਕ ਸਦੀ ਦੇ ਕਰੀਬ ਅਰਸੇ ਤੋਂ ਪੰਜਾਬ ਨੂੰ ਬਿਲਕੁਲ ਜਿਹੜੀ ਬ੍ਰਿਟਿਸ਼ ਐਸਟੈਬਲਿਸ਼ਮੈਂਟ ਸੀ ਉਹਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬੀ ਨੂੰ ਸਜ਼ਾ ਦਿੱਤੀ ਗਈ, ਉਹਦੀ ਮਜ਼ਾਮਤ ਦੀ ਸਜ਼ਾ ਦਿੱਤੀ ਗਈ। ਉਹ ਮਜ਼ਾਮਤ ਜਿਹੜੀ ਭਗਤ ਸਿੰਘ ਸ਼ਹੀਦ ਦਾ ਸ਼ੁਰੂ ਕੀਤੀ, ਠੀਕ ਹੈ, ਉਸ ਮਜ਼ਾਮਤ ਦੇ ਜਵਾਬ 'ਚ ਸਾਨੂੰ ਪੰਜਾਬ ਨੂੰ ਬਿਲਕੁਲ ਸਾਡਾ ਕਲਚਰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਹੀਰੋ ਤੱਕ ਜਿਹੜੇ ਨੇ ਗੈਰ ਕੌਮਾਂ ਨੂੰ ਸਾਡੇ ਦੇ ਹੀਰੋ ਦੇ ਤੌਰ ਤੇ ਮੁਸੱਲਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਪਣੀ ਮਰਜ਼ੀ ਦੀ ਤਾਰੀਖ ਲਿਖਣ ਦੀ ਕੋਸ਼ਿਸ਼ ਕੀਤੀ ਗਈ। ਔਰ ਉਹਦੀਆਂ ਸਾਰੀਆਂ ਚੀਜ਼ਾਂ ਦਾ ਨੁਕਸਾਨ ਅੱਜ ਇਹ ਹੋਇਆ ਕਿ ਪੰਜਾਬ, ਸਿਰਫ ਸਾਡੇ ਪੰਜਾਬ ਦੇ ਵਿੱਚ 16 ਕਰੋੜ ਪੰਜਾਬੀਆਂ ਨੂੰ
ਮੈਨੂੰ ਤੇ ਨੰਬਰ 1 ਤੇ ਇੱਥੇ ਵੀ ਹੈਰਤ ਹੁੰਦੀ ਹੈ ਕਿ ਬੇਸ਼ੁਮਾਰ ਪੰਜਾਬੀਆਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਹੈ, ਪੰਜਾਬੀਆਂ ਸਹੀ ਦੀ ਗੱਲ। ਕੁੱਲ ਆਬਾਦੀ ਕਿੰਨੀ ਹੈ। ਹੂੰ। ਕੋਈ 12 ਕਹਿੰਦਾ, ਕੋਈ 14। ਯਾਰ ਇਹ ਕੋਈ 12-14 ਹਜ਼ਾਰ ਦੀ ਗੱਲ ਨਹੀਂ ਹੁੰਦੀ, ਤੇ ਕਰੋੜ ਕਰੋੜਾਂ ਦੀ ਜਿਹੜੇ ਗੱਲ ਹੈਗੀ। ਹੁੰਦੇ ਉਹਦੇ ਨਾਲ ਵੱਧ ਸਿਫਰੇ ਲੱਗਦੇ ਨੇ। ਬਿਲਕੁਲ ਸਹੀ ਗੱਲ ਹੈ। ਠੀਕ ਹੈ, ਪੰਜਾਬ ਦੀ 16 ਕਰੋੜ ਆਬਾਦੀ ਹੈ, ਠੀਕ ਹੈ। ਪੰਜਾਬੀਆਂ ਦੀ 16 ਕਰੋੜ ਦੇ ਤੋਂ ਵੀ ਵੱਧ ਆਬਾਦੀ ਹੈ। ਹੂੰ। ਲੇਕਿਨ ਅਸੀਂ ਸਾਡੇ ਪੰਜਾਬੀਆਂ ਨੂੰ ਕੀ ਹੈ, ਅੱਜ ਕਿਸੇ ਵੀ ਸਕੂਲ ਦੇ ਵਿੱਚ, ਪੰਜਾਬ ਦੇ ਸਕੂਲ ਦੇ ਵਿੱਚ ਪ੍ਰਾਇਮਰੀ ਤੱਕ ਕਿਲੇ ਪੰਜਾਬੀ ਵੇਖਣ ਨੂੰ ਨਹੀਂ ਮਿਲਦੀ, ਸੁਣਨ ਨੂੰ ਨਹੀਂ ਮਿਲਦੀ। ਇੱਕ ਬੱਚਾ ਰਾਓ ਸਾਹਿਬ ਸਕੂਲ ਜਾਂਦਾ, ਇੱਕ ਪੰਜਾਬੀ ਦਾ ਬੱਚਾ, ਪੰਜਾਬੀ ਦਾ ਬੇਟਾ, ਪੰਜਾਬੀ ਦੀ ਬੇਟੀ, ਉਹ ਸਕੂਲ ਜਾਂਦੇ ਨੇ ਤੇ ਉਹ ਉੱਥੇ ਮਾਸਟਰ ਪੜ੍ਹਾਉਂਦਾ ਮੀਮ ਮੈਂਡਕ ਬੇਬੈਂਸ। ਜਦੋਂ ਘਰ ਆਉਂਦੇ ਨੇ ਬਾਪ ਨਾਲ ਡੇਰੇ ਤੇ ਜਾਂਦੇ ਨੇ, ਜੋ ਕਹਿੰਦਾ ਉੱਥੇ ਮੀ ਮੱਝ। ਉਹਨਾਂ ਦਾ ਬਾਪ ਕਹਿੰਦਾ ਬੇਟਾ ਵੇਖੋ ਡੱਡੂ, ਹੂੰ। ਬੇਟਾ ਵੇਖੋ ਮੱਝ। ਉਹ ਬੱਚੇ ਪਰੇਸ਼ਾਨ ਹੋ ਜਾਂਦੇ ਨੇ ਕਿ ਜਾਂ ਮਾਸਟਰ ਪਾਗਲ ਹੈ ਤੇ ਜਾਂ ਅੱਬਾ ਪਾਗਲ ਹੈ। ਸਹੀ ਗੱਲ ਹੈ। ਮਤਲਬ ਕਿਸੇ ਬੱਚੇ ਨੂੰ ਵੀ ਅਗਰ ਉਹਨੇ ਤਾਲੀਮ ਹਾਸਲ ਕਰਨੀ ਹੈ, ਇਲਮ ਹਾਸਲ ਕਰਨਾ ਹੈ, ਅੱਗੇ ਵਧਣਾ ਹੈ, ਉਹਨੂੰ ਤੇ ਉਹਨੂੰ ਉਹਦੀ ਮਦਰ ਲੈਂਗੁਏਜ ਦੇ ਵਿੱਚ ਤੁਸੀਂ ਪੜ੍ਹਾਓ, ਉਹਨੂੰ ਸਮਝਾਓ। ਉਹਨੂੰ ਕਿਆ ਤੁਹਾਡਾ ਖਾਬ ਜਿਹੜਾ ਹੈ ਉਹ ਤੁਹਾਨੂੰ ਇੰਗਲਿਸ਼ ਆਉਂਦਾ? ਨਹੀਂ, ਤੁਹਾਡਾ ਖਾਬ ਤੁਹਾਨੂੰ ਪੰਜਾਬੀ ਜਾਂਦਾ। ਸਹੀ ਗੱਲ ਹੈ। ਠੀਕ ਹੈ। ਔਰ ਐਸੇ ਤਰ੍ਹਾਂ ਹੀ ਜਿਹੜੀ ਇਨਸਾਨ ਦੀ ਫਸਟ ਥਾਟ ਹੈ ਉਹ ਉਹਦੀ ਮਦਰ ਲੈਂਗੁਏਜ ਹੈ। ਬਿਲਕੁਲ ਠੀਕ ਹੈ। ਠੀਕ ਹੈ। ਅਸੀਂ ਬੇਸ਼ੱਕ ਫਰਜ਼ ਕਰੋ ਤੁਸੀਂ ਤੇ ਮੈਂ ਰਾਓ ਸਾਹਿਬ ਭਾਈ, ਪਹਿਲਾਂ ਤੁਸੀਂ ਮਿਡਲ ਈਸਟ ਹੋ, ਉੱਥੇ ਤੁਸੀਂ ਅਰਬੀ ਸਿੱਖੀ, ਹੁਣ ਤੁਸੀਂ ਇੱਥੇ ਇੰਗਲਿਸ਼ ਨਾਲ ਤੁਹਾਡਾ ਵਾਸਤਾ ਪੈ ਗਿਆ। ਬਿਲਕੁਲ। ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ ਪਹਿਲਾਂ ਉਹਨੂੰ ਇੰਗਲਿਸ਼ ਟ੍ਰਾਂਸਲੇਟ ਕਰਦੇ ਹੋ ਜ਼ਿਹਨੀ ਤੌਰ ਤੇ, ਬਿਲਕੁਲ ਸਹੀ ਫਿਰ ਗੱਲ ਹੈ। ਤੁਸੀਂ ਉਹਨੂੰ ਅੱਗੋਂ ਟ੍ਰਾਂਸਲੇਟ ਕਰਕੇ ਫਿਰ ਉਹਦਾ ਇੰਗਲਿਸ਼ ਜਵਾਬ ਦਿੰਦੇ ਹੋ। ਤੁਹਾਨੂੰ ਬੇਸ਼ੱਕ ਜਿੰਨੇ ਵੀ ਤੁਸੀਂ ਇੰਗਲਿਸ਼ ਲਿਟਰੇਚਰ ਦੀ ਤੁਸੀਂ ਸਿੱਖੇ ਹੋਵੋ, ਤੁਸੀਂ ਉਹਦੇ ਚ ਮਾਸਟਰ ਕਰ ਲਿਆ ਹੋਵੇ, ਹੂੰ। ਤੁਸੀਂ ਪਹਿਲਾਂ ਅੱਛਾ, ਉਹਨੂੰ ਮੈਨੂੰ ਇਹ ਇੰਗਲਿਸ਼ ਦੱਸੋ ਆਪਣੇ ਕਰਦੇ ਹੋ। ਵੜੈਚ ਸਾਹਿਬ ਕਿ ਵੇਖੋ ਅਸੀਂ ਤੁਸੀਂ ਗੱਲ ਕੀਤੀ ਹੈ ਕਿ ਜਾਣ ਕੇ ਖਰਾਬ ਕੀਤਾ ਗਿਆ ਹੈ। ਜਦੋਂ ਜੀ ਦਾ ਪਾਕਿਸਤਾਨ ਬਣਿਆ ਹੈ, ਜਿਵੇਂ ਵੇਖੋ ਨਾ ਮਸ਼ਰਕੀ ਪਾਕਿਸਤਾਨ ਦੇ ਵਿੱਚ ਪ੍ਰੋਬਲਮ ਸੀ ਕਿ ਇੱਥੋਂ ਜਿਹੜੇ ਪੰਜਾਬ ਤੋਂ ਜਾਂ ਮਗਰਬੀ ਪਾਕਿਸਤਾਨ ਤੋਂ ਆਫੀਸਰ ਜਾਂਦੇ ਸੀ, ਜਾਂ ਬਲੋਚਿਸਤਾਨ ਦੇ ਵਿੱਚ ਵੀ ਇੰਜ ਹੀ ਹੈਗਾ ਨਾ ਆਫੀਸਰ ਜਾਂਦੇ। ਪੰਜਾਬ ਦੇ ਵਿੱਚ ਤੇ ਪੂਰੀ ਬਿਊਰੋਕ੍ਰੇਸੀ ਤੇ ਸਿਆਸੀ ਕਿਆਦਤ ਹਮੇਸ਼ਾ ਪੰਜਾਬੀ ਹੀ ਰਹੀ ਹੈ। ਕਿਉਂਕਿ ਮਤਲਬ ਜਿਵੇਂ ਹੁਣ ਵੇਖੋ ਸ਼ਹਬਾਜ਼ ਸ਼ਰੀਫ ਇੰਨਾ ਅਰਸਾ ਰਿਹਾ ਹੈ, ਜ਼ਿਆਉਲ ਹਕ ਰਿਹਾ ਹੈ, ਪੂਰਾ ਮੁਲਕ ਦਾ ਰਿਹਾ ਹੈ, ਉਹ ਪੰਜਾਬੀ ਜਲੰਧਰੀ ਸੀ। ਉਸ ਤੋਂ ਪਹਿਲੇ ਹਨੀਫ ਰਾਮੇ ਰਿਹਾ ਹੈ, ਮੁਸਤਫਾ ਖਾਰ ਰਿਹਾ ਹੈ, ਉਸ ਤੋਂ ਪਹਿਲੇ ਸਾਰੇ ਹੀ ਜਿਹੜੇ ਪੰਜਾਬੀ ਹੀ ਹਮੇਸ਼ਾ ਬਿਊਰੋਕ੍ਰੇਸੀ ਰਹੀ। ਉਹਨਾਂ ਨੇ ਕਿਉਂ ਖਤਮ ਕੀਤਾ? ਉਹਦੇ ਚ ਕੀ ਪ੍ਰੋਬਲਮ ਸੀ? ਸਰ ਬੜਾ ਖੂਬਸੂਰਤ ਸਵਾਲ ਤੁਸੀਂ ਕੀਤਾ, ਔਰ ਇੱਕ ਸਵਾਲ ਚ ਤੁਸੀਂ 3 ਸਵਾਲ ਕਰ ਗਏ। ਮੈਂ ਇਹਦਾ ਮੁਖਤਸਰ ਜਾਮਿਆ ਜਵਾਬ ਤੁਹਾਨੂੰ ਠੀਕ ਇਨਸ਼ਾਅੱਲਾ ਹੈ। ਜ਼ਰੂਰ ਦੇਵਾਂਗਾ। ਨੰਬਰ 1 ਤੇ 4 ਲੱਖ ਪੰਜਾਬੀ ਨਹੀਂ ਸੀ, ਠੀਕ ਹੈ। ਮਾਈਗ੍ਰੇਟ ਕਰਕੇ ਆਇਆ ਸੀ। ਠੀਕ ਨਹੀਂ, ਹੈ, ਜਲੰਧਰ ਦਾ ਸੀ ਨਾ, ਠੀਕ ਹੈ। ਜਲੰਧਰ ਦਾ ਸੀ ਨਾ ਸਰ, ਅੱਛਾ, ਉਹ ਮਸ਼ਰਕੀ ਪੰਜਾਬ ਦਾ ਸੀ ਨਾ। ਹਾਂ, ਨੰਬਰ 2 ਜਿਹੜੇ ਪੰਜਾਬ ਦੇ ਮੌਜੂਦਾ ਹੁਕਮਰਾਨ ਨੇ ਸਨ, ਮਤਲਬ ਰਸ਼ੀਦਾ ਹੁਕਮਰਾਨ ਸਨ ਜਿਹਨਾਂ 35 ਸਾਲ ਹੁਕਮਰਾਨੀ ਕੀਤੀ ਹੈ, ਮੈਂ ਉਹਨਾਂ ਨੂੰ ਵੀ ਪੰਜਾਬੀ ਨਹੀਂ ਮੰਨਦਾ। ਉਹ ਕਸ਼ਮੀਰ ਤੋਂ ਆਏ, ਮਾਈਗ੍ਰੇਟ ਹੋਏ ਨੇ। ਇਸ ਵਾਸਤੇ ਸਾਡੇ ਜਿਹੜੇ ਪੰਜਾਬ ਦੇ ਅਸਲ ਹੁਕਮਰਾਨ, ਪੰਜਾਬ ਨੂੰ ਉਹਦੇ ਅਸਲ ਹੁਕਮਰਾਨ ਨਹੀਂ ਮਿਲੇ। ਪੰਜਾਬ ਦੇ ਅਸਲ ਹੁਕਮਰਾਨ ਜਿਹੜੇ ਨੇ ਉਹ ਤੇ ਵੇਖੋ, ਇਹ ਜਿਹੜੇ ਜਗੀਰਦਾਰ ਹੁੰਦੇ ਨੇ, ਜਿਹੜੇ ਸਰਮਾਏਦਾਰ ਹੁੰਦੇ ਨੇ, ਜਿਹੜੇ ਕਾਰਖਾਨੇਦਾਰ ਹੁੰਦੇ ਨੇ, ਇਹ ਸਾਰੇ ਜਿਹੜੇ ਨੇ ਇਹਨਾਂ ਦਾ ਈਮਾਨ, ਇਹਨਾਂ ਦਾ ਪੈਸਾ ਹੁੰਦਾ ਹੈ ਤੇ ਦੌਲਤ ਹੁੰਦੀ ਹੈ ਤੇ ਜਗੀਰ ਹੁੰਦੀ ਹੈ। ਪੰਜਾਬੀ ਨੂੰ ਵੇਖੋ, ਪੰਜਾਬੀ ਨਿਜ਼ਾਮ ਲੁਹਾਰ, ਮਲੰਗੀ, ਰਾਏ ਅਹਿਮਦ ਖਰ, ਮੁਹੰਮਦ ਖਾਂ, ਇਹ ਦੁੱਲਾ ਪੰਜਾਬੀ ਭੱਟੀ, ਹੀਰੋ ਸਨ। ਦੁੱਲਾ ਭੱਟੀ, ਬਿਲਕੁਲ। ਦੁੱਲਾ ਭੱਟੀ, ਅਸਲੀ ਦੁੱਲਾ ਭੱਟੀ ਜਿਹੜੀ ਸਾਡੀ ਸ਼ਾਨ ਸੀ। ਬਾਬਾ ਬੁੱਲੇ ਸ਼ਾਹ, ਮੀਆਂ ਮੁਹੰਮਦ ਬਖਸ਼, ਮੀਆਂ ਫਰੀਦ, ਗੁਲਾਮ ਫਰੀਦ, ਬਿਲਕੁਲ। ਔਰ ਇਹ ਲੋਕ ਸਾਡੇ ਜਿਹੜੇ ਸਨ, ਸਾਡੇ ਹੀਰੋ ਨੇ। ਬਿਲਕੁਲ ਠੀਕ ਲੇਕਿਨ ਹੈ। ਸਾਡੀਆਂ ਅੱਜ ਵੀ ਸਾਡੇ ਮਜ਼ਾਇਲਾਂ ਦੇ ਨਾਂ ਗੌਰੀ,
ਗਜ਼ਨਵੀ ਤੇ ਵਲੀਦ ਤੇ ਕਾਸਮ, ਇਹ ਸਾਡੇ ਮਜ਼ਾਲਾਂ ਦੇ ਸਾਰੇ ਦਫਾਈ ਸਿਸਟਮ ਦੇ ਜਿਹੜੇ ਨੂੰ ਨਾਮ ਦਿੱਤੇ ਜਾਂਦੇ, ਸਾਡੇ ਟੈਂਕਾਂ ਦੇ ਅੱਛਾ, ਨਾਮ ਦਿੱਤੇ ਜਾਂਦੇ। ਇੱਕ ਆਪਣੇ ਜਿਹੜਾ ਵੜੈਚ ਸਾਹਿਬ, ਇੱਕ ਸਵਾਲ ਬੜਾ ਮੈਂ ਪੁੱਛਦਾ, ਇੱਥੇ ਅਸੀਂ ਵੇਖਦੇ ਹਾਂ ਪੰਜਾਬੀ ਕਲਚਰ ਨੂੰ, ਪੰਜਾਬੀ ਜਿਹੜੇ ਈਸਟ ਪੰਜਾਬ ਦੇ ਲੋਕ ਨੇ, ਉਹਨਾਂ ਨੂੰ ਇੱਕ ਐਡਵਾਂਟੇਜ ਹਾਸਲ ਹੈਗਾ ਕਿ ਉਹ ਇੱਕ ਤੇ ਇੱਕੋ ਹੀ ਬਰਾਦਰੀ ਹੈ, ਮੋਸਟਲੀ ਜੱਟ ਕਹਿਲਾਉਂਦੇ ਨੇ, ਠੀਕ ਹੈ। ਇੱਕ ਉਸ ਤੋਂ ਇਲਾਵਾ ਉਹਨਾਂ ਦਾ ਮਜ਼ਹਬ ਵੀ, ਮੈਜੋਰਿਟੀ ਜਿਹੜੇ ਪੰਜਾਬੀ ਨੇ ਈਸਟ ਪੰਜਾਬ ਦੇ, ਉਹਨਾਂ ਦਾ ਮਜ਼ਹਬ ਵੀ ਇੱਕੋ ਹੀ ਹੈਗਾ, ਸਿੱਖ ਕਲਚਰ, ਸਿੱਖ ਮਜ਼ਹਬ ਹੈਗਾ, ਤੇ ਨਾਲ ਹੀ ਉਹਨਾਂ ਦਾ ਪੰਜਾਬੀ ਕਲਚਰ ਵੀ ਇੱਕੋ ਹੀ ਹੈਗਾ, ਤੇ ਉਹ ਤਿੰਨ ਚੀਜ਼ਾਂ ਉਹਨਾਂ ਦਾ ਕਨਫਲਿਕਟਿੰਗ ਨਹੀਂ ਹੈਗਾ। ਮੇਰੇ ਜਿਹੜੇ ਸਮਝ 'ਚ ਆਇਆ ਹੈ, ਸਾਡਾ ਇੱਕ ਪਾਕਿਸਤਾਨ ਦਾ ਜਿਹੜਾ ਪੰਜਾਬ ਹੈ ਉਹਦੇ 'ਚ ਕਨਫਲਿਕਟਿੰਗ ਹੈਗਾ ਕਿ ਜਦੋਂ ਵੇਖੋ ਇੱਥੇ ਵੀ ਕੋਈ ਕੁੜੀ ਜਾਂ ਮੁੰਡਾ ਸ਼ਾਦੀ ਕਰਦੇ ਨੇ ਕਿਸੇ ਇੰਟਰ ਰਿਲੀਜਨ ਦੇ ਵਿੱਚ ਜਾਂ ਆਪਣਾ ਮਜ਼ਹਬ ਚੇਂਜ ਕਰਦੇ ਨੇ, ਤੇ ਉਹ ਉਹਨਾਂ ਦੀ ਰਸੂਮਾਤ ਅਪਣਾ ਲੈਂਦੇ ਨੇ, ਠੀਕ ਹੈ। ਅਗਰ ਕੋਈ ਕ੍ਰਿਸਚਨ ਹੈ ਉਹ ਬਣ ਜਾਏਗੀ, ਅਗਰ ਕੋਈ ਉਹ ਯਹੂਦੀ ਬਣ ਗਈ ਜਾਂ ਯਹੂਦੀ ਜਿਹੜਾ ਹੈਗਾ ਨਾ ਕੋਈ ਹਿੰਦੂ ਬਣ ਗਿਆ ਜਾਂ ਕੋਈ ਸਿੱਖ ਬਣ ਗਿਆ, ਤੇ ਉਹ ਉਹਨਾਂ ਦੇ ਮਜ਼ਹਬੀ ਰਸੂਮਾਤ ਉਹ ਮਨਾ ਲਏਗੇ। ਅਸੀਂ ਮੁਸਲਮਾਨ ਚੂਕੇ ਹੋ ਗਏ, ਤੇ ਅਸੀਂ ਜਦੋਂ ਸਾਡੇ ਵਾਸਤੇ ਅਸੀਂ ਡਿਸਟਿੰਕਟ ਕੀਤਾ ਆਪਣੇ ਆਪ ਨੂੰ, ਤੇ ਅਸੀਂ ਜਿਹੜਾ ਲੋਕਲ ਕਲਚਰ ਸੀ ਜਿਹੜਾ ਉਹਨਾਂ ਤੋਂ ਅਸੀਂ ਡਿਸਟੈਂਟ ਕਰਕੇ ਤੇ ਆਪਣੇ ਆਪ ਨੂੰ ਰਿਲੇਟ ਸ਼ੁਰੂ ਕੀਤਾ, ਸਾਡੇ ਹੀਰੋ ਬਣ ਗਏ ਜਿਹੜੇ ਜਿਨ੍ਹਾਂ ਦੇ ਨਾਲ ਅਸੀਂ ਲੱਗ ਕੇ ਮੁਸਲਮਾਨ ਮਜ਼ਹਬ ਚੇਂਜ ਕੀਤਾ। ਤੇ ਇਹ ਇੱਕ ਵੱਡੀ ਵਜ੍ਹਾ ਨਹੀਂ ਹੈਗੀ ਕਿ ਸਾਡਾ ਕਲਚਰ ਉਹਦੇ ਵਿੱਚ ਅਸੀਂ ਕਨਫਲਿਕਟ ਦਾ ਸ਼ਿਕਾਰ ਹੋ ਗਏ ਹਾਂ ਕਿ ਪਤਾ ਨਹੀਂ ਚੱਲ ਸਕਿਆ ਅਸੀਂ ਉਧਰ ਸਹੀ ਹੈਗੇ ਆ ਕਿ ਇੱਧਰ ਸਹੀ ਹੈਗੇ। ਜੀ ਰਾਜ ਸਾਹਿਬ, ਇਹ ਬੜਾ ਖੂਬਸੂਰਤ ਤੁਸੀਂ ਗੱਲ ਕੀਤੀ ਹੈ, ਲੇਕਿਨ ਗੱਲ ਇਹ ਵੇ ਕਿ ਤੁਸੀਂ ਵੇਖੋ, ਮੈਂ ਇੱਕ ਬੜੀ ਗੈਰ ਮਤਨਾਜ਼ਾ ਗੱਲ ਕਰਨ ਲੱਗਾ, ਲੇਕਿਨ ਉਸ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਕਿਆ ਇਹ ਪੰਜਾਬ ਦੇ ਜਿੰਨੀਆਂ ਵੀ ਕੌਮਾਂ ਨੇ ਇਸ ਟਾਈਮ ਪੰਜਾਬ 'ਚ ਰਹਿ ਰਹੀਆਂ, ਇਹਨਾਂ ਨੂੰ ਇੱਕ ਸ਼ੌਰੀ ਮਤਲਬ ਸ਼ੌਰੀ ਤਰੀਕੇ ਨਾਲ ਇਹਨਾਂ ਨੂੰ ਕਨਵਰਟ ਕੀਤਾ ਗਿਆ, ਇਹਨਾਂ ਨੂੰ ਯਾਨੀ ਪੰਜਾਬੀ ਤੋਂ ਦੂਰ ਕੀਤਾ ਗਿਆ। ਸਹੀ ਗੱਲ ਹੈ, ਤੇ ਆਪਸ 'ਚ ਲੜਾਇਆ ਗਿਆ ਉਹਨਾਂ ਨੂੰ। ਔਰ ਤੁਸੀਂ ਇਸ ਚੀਜ਼ ਦੇ ਸਿਆਸੀ ਤਾਲਬ ਇਲਮ ਹੋ, ਤੁਸੀਂ ਇਸ ਚੀਜ਼ ਦੇ ਗਵਾਹ ਹੋ ਕਿ ਅਮੀਰ ਉਲ ਮੋਮਿਨੀਨ ਜ਼ਿਆਉਲ ਹਕ ਦੇ ਦੌਰ 'ਚ ਯਾਨੀ ਪਾਕਿਸਤਾਨ ਦੇ ਇਸ ਖਾਸ ਹਿੱਸੇ ਨੂੰ, ਪੰਜਾਬ ਨੂੰ ਖਾਸ ਤੌਰ ਤੇ ਯਾਨੀ ਬੇਰਹਿਮੋ ਮਦਦਗਾਰ ਛੱਡ ਦਿੱਤਾ ਗਿਆ। ਔਰ ਇਹੀ ਵਜ੍ਹਾ ਹੈ ਕਿ ਪੰਜਾਬ ਦੇ ਵਿੱਚ ਬਰਾਦਰੀਇਜ਼ਮ ਨੇ, ਇਹ ਜਿਹੜੀ ਕੌਮੀਅਤ ਨੇ ਜਨਮ ਲਿਆ, ਨੈਸ਼ਨਲਿਜ਼ਮ ਪੰਜਾਬ ਚੋਂ ਖਤਮ ਹੋ ਗਿਆ। ਕਿਉਂ ਨੈਸ਼ਨਲਿਜ਼ਮ ਨੂੰ ਖਤਮ ਕਿਹਨੇ ਕੀਤਾ? ਬਰਾਦਰੀਇਜ਼ਮ ਨੇ, ਜ਼ਾਤ ਪਾਤ ਨੇ। ਕੋਈ ਅਰਾਈ ਹੋ ਗਿਆ, ਕੋਈ ਜੱਟ ਹੋ ਗਿਆ, ਕੋਈ ਗੁਜਰ ਹੋ ਗਿਆ, ਸੈयद ਹੋ ਗਿਆ, ਅਵਾਨ ਹੋ ਗਿਆ, ਮਲਕ ਹੋ ਗਿਆ। ਤੁਸੀਂ ਇਸ ਟਾਈਮ ਵੇਖੋ ਜਿਹੜੀ ਵੀ ਬਰਾਦਰੀ ਪਾਕਿਸਤਾਨ 'ਚ ਪਾਈ ਜਾਂਦੀ ਹੈ ਉਹ ਆਪਣਾ ਲਿੰਕ ਜੋੜਦੀ ਹੈ ਅਰਬਾਂ ਨਾਲ। ਜਿਹੜੀ ਵੀ ਬਰਾਦਰੀ, ਯਾਨੀ ਉਹਨਾਂ ਨੂੰ ਪੰਜਾਬ ਤੋਂ ਇੰਨੀ ਨਫ਼ਰਤ ਹੋ ਗਈ ਕਿ ਇੱਕ ਮਲਕ ਨੂੰ ਵੇਖੋ ਤੇ ਉਹ ਆਂਦਾ ਕਿ ਅਸੀਂ ਵੀ ਅਰਬ ਤੋਂ ਆਏ ਹਾਂ। ਇੱਕ ਅਰਾਈ ਨੂੰ ਵੇਖੋ ਤੇ ਉਹ ਵੀ ਆਪਣੀ ਜਿਹੜੀ ਇਹ ਬਾਓ ਅਜਦਾਦ ਜਾ ਕੇ ਮਨਾਉਂਦਾ ਉੱਥੇ। ਬਿਲਕੁਲ ਸਹੀ ਗੱਲ ਹੈ। ਜਿਹੜਾ ਪਾਕਿਸਤਾਨ ਦਾ ਜਿਹੜਾ ਸੈयद ਹੈ ਉਹ ਤੇ ਵੈਸੇ ਹੀ ਬਹਾਰਾ ਤੋਂ ਤੇ ਸਾਊਦੀਆ ਤੋਂ ਆਇਆ। ਬਿਲਕੁਲ। ਅੱਛਾ ਈਵਨ ਕਿ ਸਾਡੇ ਜਿਹੜੇ ਕੱਪੜਾ ਬੁਣਨ ਵਾਲੇ ਜਿਹੜੀ ਇੱਕ ਕਮਿਊਨਿਟੀ ਸੀ ਜਿਹਨੂੰ ਅਸੀਂ ਜੁਲਾਈ ਕਹਿੰਦੇ ਆ, ਫਿਰ ਇੱਕ ਕੁਮਾਰ ਨੇ ਕੋਈ ਉਹ ਰਹਿਮਾਨੀ ਕਹਿਲਵਾਉਂਦੇ ਨੇ ਤੇ ਅੰਸਾਰੀ ਕਹਿਲਵਾਉਂਦੇ ਨੇ, ਉਹ ਪੰਜਾਬੀ ਨਹੀਂ ਕਹਿਲਵਾਉਂਦੇ। ਬਿਲਕੁਲ ਸਹੀ ਗੱਲ। ਉਹ 100% ਪੰਜਾਬ ਤੋਂ ਬਿਲੋਂਗ ਕਰਦੇ ਨੇ। ਉਹਨਾਂ ਦੇ ਹਜ਼ਾਰਾਂ ਸਾਲ ਉਹਨਾਂ ਦੇ ਬਾਵਜੂਦ ਇੱਥੇ ਕਿਲੇ ਅਛੂਤ ਜਾਂ ਕੁਝ ਹੋਰ ਉੱਤੇ ਹੋ ਸਕਦੇ ਨੇ। ਉਹ ਅਰਬ ਬਖੁਦਾ ਉਹ ਅਰਬ। ਬਿਲਕੁਲ ਸਹੀ ਗੱਲ ਹੈ। ਲੇਕਿਨ ਅੱਜ ਹਰ ਬੰਦਾ ਆਪਣੇ ਆਪ ਨੂੰ ਹਜ਼ਰਤ ਅਯੂਬ ਅੰਸਾਰੀ ਨਾਲ ਮਿਲਾ ਰਿਹਾ ਹੈ, ਆਪਣੇ ਆਪ ਨੂੰ ਕਿਸੇ ਦੂਸਰੇ ਸਹਾਬਾ ਨਾਲ ਮਿਲਾ ਰਿਹਾ ਹੈ। ਉਹ ਆਪਣਾ ਸ਼ਜਰਾ ਨਸਬ ਜਿਹੜਾ ਹੈ ਉਹ ਯਾਨੀ ਉਹ ਪੰਜਾਬ ਨਾਲ ਜੋੜਨਾ, ਪੰਜਾਬ ਨਾਲ ਤਲਕ ਰੱਖਣ ਨੂੰ ਉਹ ਮਜਬੂਰ ਸਮਝਦੇ ਨੇ। ਪੰਜਾਬ ਦੀ ਪਗੜੀ ਦੀ ਇੰਨੀ ਇਨਸਲਟ ਕੀਤੀ ਗਈ ਕਿ ਤੁਸੀਂ ਵੇਖਿਆ ਹੋਣਾ ਲਾਹੌਰ ਹੋਟਲਾਂ ਦੇ ਦਰਵਾਜ਼ਿਆਂ ਤੇ ਦਰਬਾਰ ਨੇ ਉਹ ਪਗੜੀ ਪਾ ਲਈ। ਅੱਛਾ, ਦੂਸਰਾ ਮੈਨੂੰ ਇਹ ਦੱਸੋ ਕਿ ਆਪਣੇ ਵੜੈਚ ਸਾਹਿਬ ਕੇ ਜਿਹੜਾ ਜਨਰਲ ਜ਼ਿਆਉਲ ਹਕ ਦਾ ਦੌਰ ਆਇਆ ਉਹਦੇ ਵਿੱਚ ਇਸਲਾਮਾਈਜੇਸ਼ਨ ਬਹੁਤ ਜ਼ਿਆਦਾ ਐਕਸਟ੍ਰੀਮ ਤੇ ਲਿਜਾ ਕੇ ਉਹਨੇ ਜਿਹੜਾ ਨਾ ਹਰ ਚੀਜ਼ ਜਿਹੜੇ ਹੈਗੇ ਨਾ ਇਸਲਾਮਿਕ ਪੁਆਇੰਟ ਆਫ ਵਿਊ ਨਾਲ ਹਰ ਬੰਦਾ ਐਂਗਲ ਵੇਖਦਾ। ਜਿਵੇਂ ਬਸੰਤ ਦਾ ਤਿਉਹਾਰ ਹੈਗਾ, ਵਿਸਾਖੀ ਦਾ ਤਿਉਹਾਰ ਹੈਗਾ, ਇਹ ਕਲਚਰਲ ਨੇ। ਤੇ
ਤਿਉਹਾਰ ਨੇ ਉਹਨਾਂ ਨੂੰ ਅਸੀਂ ਹਰ ਚੀਜ਼ ਨੂੰ ਮਜ਼ਹਬ ਦੇ ਹਿਸਾਬ ਨਾਲ ਜੋੜ ਕੇ ਉਹਨੂੰ ਕੋਈ ਪੰਜਾਬੀ ਕਲਚਰਿਜ਼ਮ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਿਹੜਾ ਉਹ ਐਕਸਟ੍ਰੀਮ ਤੇ ਮਜ਼ਹਬ ਨੂੰ ਲੈ ਕੇ ਗਿਆ? ਰਾਓ ਸਾਹਿਬ ਤੁਸੀਂ ਗੌਰ ਕਰਨਾ ਦਾ ਕਿ ਕਿਆ ਪੰਜਾਬ ਦੀ ਜਿੰਨੇ ਮਦਰਸੇ ਨੇ, ਜਿੰਨੀਆਂ ਮਸਜਿਦਾਂ ਨੇ, ਖਾਸ ਤੌਰ ਤੇ ਉਹ ਮਸਜਿਦਾਂ, ਉਹ ਮਦਰਸੇ ਜਿਹੜੇ ਕਿਸੇ ਵੀ ਸ਼ਹਿਰ ਦੇ ਕੈਂਟ ਏਰੀਆ 'ਚ ਉਹਨਾਂ ਦੇ ਵਿੱਚ ਜਿਹੜੇ ਮੌਲਵੀ ਨਾਮਜ਼ਦ ਨੇ, ਜਿਹੜੇ ਪੇਸ਼ ਇਮਾਮ ਨੇ, ਉਹ ਕਿੱਥੋਂ ਦੇ ਨੇ? ਕੋਈ ਇੱਕ ਵੀ ਤੁਸੀਂ ਮੈਨੂੰ ਪੰਜਾਬੀ ਵਿਖਾ ਦਿਓ। ਇਹਨਾਂ ਸਾਨੂੰ ਸਾਡੇ ਤੇ ਵਾਰ ਕਰਨ ਦੀ ਖਾਤਰ ਸਾਡੇ ਪੇਸ਼ ਇਮਾਮ ਤੱਕ ਯਾਨੀ ਸਰਹੱਦ ਦੇ ਲਿਆ ਕੇ ਲਾਏ ਗਏ, ਖੈਬਰ ਪਖਤੂਨਖਵਾ ਦੇ ਲਿਆ ਕੇ ਲਾਏ ਗਏ। ਠੀਕ ਹੈ, ਅੱਜ ਵੀ ਤੁਸੀਂ ਮੇਰੇ ਨਾਲ ਬੈਠ ਕਰ ਲਓ, ਲਾਹੌਰ ਦੀਆਂ ਜਿੰਨੀਆਂ ਮਸਜਿਦਾਂ ਉਹਨਾਂ ਦੇ ਪੇਸ਼ ਇਮਾਮ ਜਿਹੜੇ ਨੇ 95% ਖੈਬਰ ਪਖਤੂਨਖਵਾ ਤੋਂ ਬਿਲੋਂਗ ਕਰਦੇ ਨੇ, ਜਿਨ੍ਹਾਂ ਆ ਕੇ ਸਾਡਾ ਕਲਚਰ ਤੇ ਬਹੁਤ ਦੂਰ ਦੀ ਗੱਲ, ਉਹਨਾਂ ਸਾਡਾ ਤਲਫਜ਼ ਤੱਕ ਚੇਂਜ ਕਰ ਦਿੱਤਾ। ਬਿਲਕੁਲ ਸਹੀ ਗੱਲ ਹੈ। ਅੱਜ ਸਾਡਾ ਐਕਸੈਂਟ ਜਿਹੜਾ ਪੰਜਾਬੀ ਦਾ ਉਹਨਾਂ ਸਾਡੇ ਬੱਚਿਆਂ ਨੂੰ ਨਹੀਂ ਦਿੱਤਾ। ਅੱਛਾ, ਦੂਸਰਾ ਮੈਨੂੰ ਇਹ ਦੱਸੋ ਕਿ ਪੰਜਾਬ ਦਾ ਜਿਹੜਾ ਆਪਣਾ ਰਸਮੁਲ ਖਤ ਜਿਹੜਾ ਹੈਗਾ ਨਾ, ਉਹ ਕਿਉਂ ਨਹੀਂ ਬਣ ਸਕਿਆ ਇੰਡੀਆ ਦਾ? ਤੇ ਉਹਨਾਂ ਨੇ ਜਿਹੜਾ ਇੰਡੀਅਨ ਪੰਜਾਬ ਤੇ ਉਹਨਾਂ ਨੇ ਗੁਰਮੁਖੀ ਲੈ ਕੇ ਆਏ ਤੇ ਪ੍ਰੋਪਰ ਇੱਕ ਲੈਂਗੁਏਜ ਹੈ। ਪੰਜਾਬ ਦਾ ਤੇ ਸਾਡੇ ਕੋਲ ਨਾ ਕੋਈ ਉਹਦਾ ਕੀਬੋਰਡ ਹੈਗਾ, ਨਾ ਉਹਦਾ ਕੋਈ ਆਪਣਾ ਅਸੀਂ ਕੰਪਿਊਟਰ ਤੇ ਲਿਖ ਸਕਦੇ ਆ, ਨਾ ਅਸੀਂ ਉਹਨੂੰ ਲਿਖਣਾ ਆਉਂਦਾ। ਉਹ ਉਰਦੂ ਨੂੰ ਹੀ ਬਣਾ ਕੇ ਜਿਹੜਾ ਨਾ ਪੰਜਾਬੀ ਵਰਡ ਉਹਨੂੰ ਬਣਾ ਦਿੰਦੇ ਆ, ਜਿਵੇਂ ਰੋਮਨ ਉਰਦੂ ਹੈ ਇਸ ਤਰ੍ਹਾਂ ਰੋਮਨ ਪੰਜਾਬੀ ਹੈ। ਬੜਾ ਅੱਛਾ ਸਵਾਲ ਹੈ। ਅਸੀਂ ਲਿਖਣਾ ਤੇ ਉਦੋਂ ਸਮਝਾਂਗੇ ਜਦੋਂ ਬੋਲਣਾ ਆਵੇਗਾ ਸਾਨੂੰ, ਤੇ ਸਾਨੂੰ ਤੇ ਬੋਲਣ ਨਹੀਂ ਦਿੱਤਾ ਜਾਂਦਾ। ਲਿਖਣ ਦਾ ਕੋਈ ਮਸਲਾ ਨਹੀਂ। ਅਸੀਂ ਅਗਰ ਇਹਨੂੰ ਪੰਜਾਬੀ ਰਸਮ ਖਤ ਸ਼ਾਹਮੁਖੀ ਜਾਂ ਗੁਰਮੁਖੀ ਚ ਕਿਸੇ ਚ ਵੀ ਲਿਖਣਾ ਚਾਹੁੰਦੇ ਆ, ਕੋਈ ਗੱਲ ਨਹੀਂ। ਸਹੀ ਗੱਲ। ਸਾਨੂੰ ਲਿਖਣ ਤੇ ਦਿੱਤਾ ਜਾਵੇ, ਸਾਨੂੰ ਬੋਲਣ ਤੇ ਦਿੱਤਾ ਜਾਵੇ। ਇਸ ਟਾਈਮ ਹਾਲਤ ਹੈ ਵੇ ਕਿ ਪੰਜਾਬ ਦੇ ਕਿਸੇ ਸਕੂਲ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਪੰਜਾਬੀ ਚ MA ਕਰਨ ਦੀ ਇਜਾਜ਼ਤ ਕੋਈ ਸਾਲੋਂ ਦਿੱਤੀ ਗਈ ਹੈ, ਲੇਕਿਨ MA ਕਰਨ ਤੱਕ ਤੇ ਬੱਚਾ ਮੈਚੁਰ ਹੋ ਗਿਆ ਹੁੰਦਾ। ਬਿਲਕੁਲ ਸਹੀ ਗੱਲ ਹੈ। ਉਹ ਤਾਂ ਬਸ ਨੰਬਰ ਲੈਣ ਵਾਸਤੇ, ਪਾਸ ਹੋਣ ਵਾਸਤੇ, ਡਿਗਰੀ ਲੈਣ ਵਾਸਤੇ ਕਰਦਾ। ਉਹ ਕੋਈ ਪੰਜਾਬੀ ਦਾ ਤੇ ਕੋਈ ਲਿਟਰੇਚਰ ਤੇ ਨਹੀਂ ਕਰਦਾ ਨਾ ਕੁਝ। ਇਸ ਵਾਸਤੇ ਜਿੰਨੀ ਦੇਰ ਤੁਸੀਂ ਵੇਖੋ ਸਿੰਧ ਦੇ ਵਿੱਚ ਸਿੰਧੀ ਬੱਚਿਆਂ ਨੂੰ ਸਿੰਧੀ ਪੜ੍ਹਾਈ ਜਾਂਦੀ ਹੈ, ਸਿੰਧੀ ਪੜ੍ਹਾਈ ਜਾਂਦੀ ਹੈ, ਪਸ਼ਤੋ ਪੜ੍ਹਾਈ ਜਾਂਦੀ ਹੈ, ਪਸ਼ਤੂਨ ਪੜ੍ਹਾਈ ਜਾਂਦੀ ਹੈ, ਇੰਜ ਬਲੋਚਿਸਤਾਨ ਚ ਬਲੋਚੀ ਪੜ੍ਹਾਈ ਜਾਂਦੀ ਹੈ। ਉਹ ਯਾਰ ਹੱਦ ਤੇ ਇਹ ਵੇ ਕਿ ਪੰਜਾਬ ਦਾ ਹੀ ਇੱਕ ਤਲਫਜ਼ ਹੈ, ਇੱਕ ਐਕਸੈਂਟ ਹੈ ਸਰਾਇਕੀ। ਔਰ ਇਸ ਟਾਈਮ ਮੁਲਤਾਨ ਦੇ ਵਿੱਚ, ਬਹਾਵਲਪੁਰ ਦੇ ਵਿੱਚ ਬੱਚਿਆਂ ਨੂੰ ਸਰਾਇਕੀ ਚ ਵੀ ਪੜ੍ਹਾਈ ਜਾਂਦੀ ਹੈ, ਜਿਹੜੀ ਸੈਕੰਡ ਲੈਂਗੁਏਜ ਹੈ, ਯਾਨੀ ਤਲਫਜ਼ ਹੈ। ਅੱਛਾ, ਤੁਸੀਂ ਇਹਦੇ ਬਾਰੇ ਚ ਰਾਓ ਸਾਹਿਬ ਤੁਸੀਂ ਕੀ ਸਮਝਦੇ ਹੋ ਕਿ ਜੀ ਪੰਜਾਬ ਨੂੰ ਮਜ਼ੀਦ ਤਕਸੀਮ ਕਰਨ ਵਾਸਤੇ ਜਿਹੜੇ ਨੇ ਇਲਾਕਾਈ ਜ਼ਬਾਨਾਂ ਦਾ, ਤਲਫਜ਼ਾਂ ਦਾ ਸਹਾਰਾ ਲਿਆ ਜਾ ਰਿਹਾ, ਔਰ ਪੰਜਾਬ ਨੂੰ ਸਰਾਇਕੀ, ਪੋਠਵਾਰੀ, ਜੇਲਵੀ ਤੇ ਜੰਗਲੀ ਤੇ ਇਹਨਾਂ ਮੁਖਤਲਿਫ ਜਿਹੜੇ ਲਸਾਨੀਅਤ ਚ ਤਬਦੀਲ ਕਰਕੇ ਤੇ ਪੰਜਾਬ ਨੂੰ ਜਿਹੜਾ ਮਜ਼ੀਦ ਤਕਸੀਮ ਕਰਨ ਦੇ ਮਸੂਬੇ ਬਣਾਏ ਜਾ ਰਹੇ ਨੇ। ਔਰ ਇਹਦੀ ਵਜ੍ਹਾ ਕੌਣ ਹੈ? ਅਸੀਂ। ਇਹਦੀ ਵਜ੍ਹਾ ਤੁਸੀਂ ਹੋ। ਸਹੀ ਗੱਲ ਹੈ। ਸਾਰੇ ਆ ਕਿ ਜਿਹੜੇ ਆਪਣੀ ਜ਼ਬਾਨ ਦਾ ਤਹਫਜ਼ ਨਹੀਂ ਕਰ ਸਕਦੇ, ਆਪਣੀ ਮਾਂ ਬੋਲੀ ਦਾ ਤਹਫਜ਼ ਨਹੀਂ ਕਰ ਸਕਦੇ। ਔਰ ਲੋਕਾਂ ਨੂੰ ਸਾਡੇ ਹੀਰੋ ਜਿਹੜੇ ਹਨ ਪੰਜਾਬੀ, ਉਹਨਾਂ ਨੂੰ ਡਾਕੂ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ। ਬਿਲਕੁਲ ਠੀਕ ਹੈ। ਤੇ ਉਹ ਜਿਹੜੇ ਅਰਬ ਤੋਂ ਆਏ ਜੰਗਜੂ, ਉਹ ਜਿਹੜੇ ਅਫਗਾਨਿਸਤਾਨ ਤੋਂ ਜੰਗਜੂ ਆਏ, ਉਹਨਾਂ ਨੂੰ ਅੱਜ ਪੰਜਾਬ ਦਾ ਹੀਰੋ ਬਣਾ ਕੇ ਸਾਡੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ, ਜਿਹੜਾ ਕਿ ਸਾਡੇ ਵਾਸਤੇ ਬੜੀ ਸ਼ਰਮ ਦੀ ਗੱਲ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਵੇਖੋ ਜਿਹੜਾ ਹੁਣ ਅਸੀਂ ਕਲਚਰ ਜਿਹੜਾ ਹੈਗਾ ਨਾ, ਵੇਖੋ ਕਲਚਰ ਇੱਕ ਇਵੋਲਵ ਵੀ ਹੁੰਦਾ ਹੈ। ਠੀਕ ਹੈ, ਇਹ ਨਹੀਂ ਹੈਗਾ ਕਿ ਤੁਸੀਂ ਅੱਜ ਤੋਂ ਕੋਈ ਕੱਟ ਆਫ ਲਾਈਨ ਨਹੀਂ ਹੈਗੀ ਕਿ 1947 ਤੋਂ ਪਹਿਲੇ ਜੋ ਕੁਝ ਹੁੰਦਾ ਸੀ ਉਹੀ ਹੋਏਗਾ, ਜਾਂ 1990 ਤੱਕ ਹੋਏਗਾ, ਜਾਂ 2020 ਤੱਕ ਹੋਏਗਾ। ਉਸ ਤੋਂ ਅੱਗੇ ਕੋਈ ਅਸੀਂ ਐਕਸੈਪਟ ਨਹੀਂ ਕਰਾਂਗੇ। ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ। ਲੇਕਿਨ ਉਸ ਤੋਂ ਬਾਵਜੂਦ ਅਸੀਂ ਵੇਖਦੇ ਹਾਂ ਕਿ ਪੰਜਾਬ ਦੇ ਵਿੱਚ ਜੇ ਸਾਡੀ ਸ਼ਾਦੀ ਵਿਆਹ ਦੀ ਰਸਮਾਂ ਨੇ, ਉਹ ਸਾਰੀ ਟੋਟਲ ਜਿਹੜੀ ਨਾ ਬਾਲੀਵੁੱਡ ਦੀ ਹੋ ਗਈ ਹੈ। ਇੰਡੀਆ ਦਾ ਵੀ ਬਹੁਤ ਡਾਇਵਰਸਿਫਾਈਡ ਕਲਚਰ ਹੈਗਾ,
ਲੇਕਿਨ ਉੱਥੇ ਸਾਊਥ ਦਾ ਇੱਕ ਆਪਣਾ ਕਲਚਰ ਹੈ, ਪੰਜਾਬ ਦਾ ਇੱਕ ਆਪਣਾ ਕਲਚਰ ਹੈ, ਲੇਕਿਨ ਚੂੰਕਿ ਅਸੀਂ ਇੰਡੀਅਨ ਫਿਲਮਾਂ ਵੇਖਦੇ ਹਾਂ ਤੇ ਉਹ ਬਾਲੀਵੁੱਡ ਫਿਲਮਾਂ ਨੇ ਤੇ ਉਹ ਸਾਰਾ ਗਾਣਾ ਬਜਾਣਾ, ਕੱਪੜੇ ਪਾਣਾ, ਬੱਚਿਆਂ ਦੇ ਆਸ਼ੀਤ ਮਤਲਬ ਜਿਹੜੇ ਹੈਗੇ ਦੁल्हा दुल्हन ਜਿਹੜੇ ਹੈਗੇ ਨੇ ਉਹ ਵੀ ਜਿਹੜਾ ਨਾ ਕੋਈ ਕਲਚਰ ਸਾਡਾ ਜਿਹੜਾ ਨਾ ਪੰਜਾਬੀ ਡਰੈਸ ਨਹੀਂ ਪਾਉਂਦੇ, ਅਸੀਂ ਸ਼ਾਦੀ ਵਿਆਹ ਤੇ ਨਹੀਂ ਪਾਉਂਦੇ, ਈਦ ਤਿਉਹਾਰ ਤੇ ਨਹੀਂ ਪਾਉਂਦੇ। ਇਹਦੀ ਕੀ ਵਜ੍ਹਾ ਹੈਗੀ ਹੈ, ਇਹ ਕਿਉਂ ਨਹੀਂ ਕਰਦੇ ਅਸੀਂ? ਰਾਜ ਸਾਹਿਬ, ਕਿਸੇ ਵੀ ਕੌਮ ਵਾਸਤੇ ਉਹਦਾ ਲਿਬਾਸ ਜਿਹੜਾ ਉਹਦੀ ਸਕਾਫਤ ਦੀ ਨਿਸ਼ਾਨੀ ਹੁੰਦੀ ਹੈ। ਬਿਲਕੁਲ। ਯਾਨੀ ਬੋਲਦਾ ਤੇ ਇਨਸਾਨ ਜਦੋਂ ਇਹ ਉਦੋਂ ਫੜਿਆ ਜਾਂਦਾ ਹੈ ਕਿ ਕੀ ਬੋਲਦਾ ਪਿਆ, ਬਿਲਕੁਲ ਲੇਕਿਨ ਸਹੀ ਹੈ। ਲਿਬਾਸ ਦੇ ਸਾਹਮਣੇ ਨਜ਼ਰ ਆਉਂਦਾ ਹੈ। ਲਿਬਾਸ ਨੂੰ ਤੇ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ, ਲਿਬਾਸ ਖੁਦ ਬੋਲ ਰਿਹਾ ਹੁੰਦਾ। ਬਿਲਕੁਲ ਠੀਕ ਹੈ। ਇਸ ਵਾਸਤੇ ਤੁਹਾਡਾ ਪਿੰਡੋਂ ਤੁਸੀਂ ਸ਼ਹਿਰ ਚ ਐਸਪੀ ਲੱਗੇ ਹੋ ਤਾਂ ਅਫਸਰ ਲੱਗੇ ਹੋ, ਤੁਹਾਡਾ ਪਿਓ ਪਿੰਡ ਤੋਂ ਆ ਜਾਂਦਾ ਹੈ ਤਹਿਮਤ ਬਣ ਕੇ, ਤੁਹਾਨੂੰ ਸ਼ਰਮ ਆਉਂਦੀ ਹੈ ਦੋਸਤਾਂ ਨਾਲ ਤਾਰਫ ਕਰਾਉਂਦੇ ਆ, ਬਿਲਕੁਲ। ਇਹ ਗਾਉਂ ਤੋਂ ਮੇਰੇ ਅੱਬਾ ਜੀ ਆਏ ਨੇ, ਤੁਸੀਂ ਸ਼ਰਮਾਉਂਦੇ ਹੋ ਕਿ ਅੱਬਾ ਜੀ ਨੇ ਤਹਿਮਤ ਬਣਿਆ, ਪੱਗ ਬਣੀ ਹੈ, ਮੈਂ ਕੀ ਯਾਦ ਤਾਰਫ ਕਰਾਵਾਂ। ਠੀਕ ਹੈ। ਤੁਹਾਨੂੰ ਇਸ ਹੱਦ ਤੱਕ ਜਿਹੜਾ ਮਤਲਬ ਤੁਸੀਂ ਮੁਹਤਾਜ ਹੋ ਗਏ ਹੋ ਉਹਨਾਂ ਲੋਕਾਂ ਦੀ, ਜਾਂ ਉਹਨਾਂ ਲੋਕਾਂ ਤੁਹਾਨੂੰ ਮੁਹਤਾਜ ਕਰ ਦਿੱਤਾ ਹੈ। ਤੁਸੀਂ ਆਪਣੀ ਤੁਸੀਂ ਕੰਪਲੈਕਸ ਦਾ ਸ਼ਿਕਾਰ ਹੋ ਗਏ ਹੋ ਜ਼ਿਹਨੀ ਤੌਰ ਤੇ। ਉਹੀ ਮੇਰਾ ਕੁਐਸਚਨ ਹੈ। ਬਿਲਕੁਲ ਮੈਂ ਅਰਜ਼ ਕਰਨਾ ਚਾਹੁੰਦਾ, ਸਾਡੀਆਂ ਪੰਜਾਬੀ ਪ੍ਰਚਾਰ ਨਾਮੀ ਤਨਜ਼ੀਮ ਜਿਹੜੀ ਹੈ ਪਿਛਲੇ 10 ਸਾਲ ਤੋਂ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ। ਠੀਕ ਹੈ। ਹੁਣ ਅਸੀਂ 3-4 ਸਾਲ ਪਹਿਲਾਂ ਦੋਸਤਾਂ ਨੇ ਸੋਚਿਆ ਕਿਉਂ ਨਾ ਅਸੀਂ ਇੱਕ ਸਿਆਸੀ ਪਾਰਟੀ ਬਣਾਈਏ ਜਿਹਦੀ ਪੰਜਾਬ ਬੇਸ ਹੋਏ, ਕਿਉਂਕਿ ਸਿੰਧੂ ਦੇਸ਼, GSN, ਪੀਪਲ ਪਾਰਟੀ, ਇਹ ਸਾਰੀਆਂ ਜਿਹੜੀਆਂ ਨੇ ਇਲਾਕਾਈ ਪਾਰਟੀਆਂ ਸਨ, ਇਲਾਕਾਈ ਪਾਰਟੀਆਂ ਤੋਂ ਅੱਗੇ ਵਧੀਆਂ ਨੇ। ਖੈਬਰ ਪਖਤੂਨਖਵਾ ਚ ਨਹੀਂ, ਪੀਪਲ ਪਾਰਟੀ ਤੇ ਪੰਜਾਬ ਤੇ ਸਰ ਬਣੀ ਸੀ, ਉਹ ਤੇ ਇਲਾਕਾਈ ਪਾਰਟੀ ਨਹੀਂ ਸੀ, ਉਹ ਤੇ ਮੁਲਕੀ ਲੈਵਲ ਤੇ ਹੀ ਆਈ ਸੀ। ਸਰ ਇੰਜ ਨਾ ਕਰੋ ਤੁਸੀਂ ਹੁਣ, ਚਲੋ ਇਸ ਗੱਲ ਨੂੰ ਛੱਡੋ। ਜਹਾਂ ਕਾ ਖਮੀਰ ਥਾ ਹੁੰਦੇ ਹੋ ਗਈ ਹੈ ਨਾ, ਉਹ ਬਾਅਦ ਦੀ ਗੱਲ ਨਹੀਂ, ਹਾਲੀ ਵੀ ਆਏਗੀ, ਫਿਰ ਉਹ ਇੱਕ ਡਿਫਰੈਂਟ ਹੈ, ਲੇਕਿਨ ਸਟਾਰਟ ਤੇ ਉੱਥੋਂ ਹੋਈ ਸੀ। ਇਹ ਨਹੀਂ ਕਹਿ ਸਕਦੇ ਕਿ ਤੁਸੀਂ ਇਲਾਕਾਈ ਤੋਂ ਫਿਰ ਵਧੀਆਂ ਸੀ ਅੱਗੇ। ਇਹ ਆਖਰ ਉੱਥੇ ਹੀ ਗਈ ਹੈ। ਖੈਰ ਤੇ ਉਹ ਅਜ਼ੀਮ ਲੋਕ ਸਨ ਜਿਨ੍ਹਾਂ ਉਹ ਬਣਾਈ। ਅੱਛਾ, ਦੂਸਰਾ ਇੱਕ ਹੋਰ ਪੰਜਾਬ ਦੇ ਉੱਤੇ ਸਿਆਸੀ ਤੌਰ ਤੇ ਇਲਜ਼ਾਮ ਆਉਂਦਾ ਹੈ ਕਿ ਸਭ ਤੋਂ ਪਹਿਲੇ ਜਿਹੜਾ ਨਾ ਵਫਾਦਾਰੀ ਜਿਹੜਾ ਹੈਗਾ ਨਾ ਕੋਈ ਹੋਵੇ, ਅਯੂਬ ਖਾਨ ਨੂੰ ਵੀ ਬੜੀ ਸਪੋਰਟ ਪੰਜਾਬ ਤੋਂ ਮਿਲੀ, ਫਿਰ ਭੁੱਟੋ ਸਾਹਿਬ ਨੂੰ ਵੀ ਬੜੀ ਪੰਜਾਬ ਤੋਂ ਮਿਲੀ, ਫਿਰ ਅਸਗਰ ਖਾਨ ਨੂੰ ਵੀ ਮਿਲੀ, ਫਿਰ ਜ਼ਿਆਉਲ ਹਕ ਨੂੰ ਵੀ ਮਿਲੀ, ਫਿਰ ਨਵਾਜ਼ ਸ਼ਰੀਫ ਨੂੰ ਵੀ ਮਿਲੀ, ਹੁਣ ਇਮਰਾਨ ਖਾਨ ਵੀ ਆ ਗਿਆ ਹੈ, ਉਹ ਵੀ ਪੰਜਾਬ ਤੋਂ ਆ ਗਿਆ। ਇਹ ਕੀ ਵਜ੍ਹਾ ਕਿ ਇਹ ਕੋਈ ਸਿਆਸੀ ਤੌਰ ਤੇ ਬਹੁਤ ਬੇਦਾਰ ਲੋਕ ਨੇ, ਜਾਂ ਬੜਾ ਡਿਸੀਜਨ ਕਰਦੇ ਨੇ, ਜਾਂ ਕੋਈ ਜਿਵੇਂ ਇਮਰਾਨ ਖਾਨ ਕਹਿੰਦਾ ਕਿ ਜੀ ਜ਼ਹਿਨੀ ਗੁਲਾਮ ਤੇ ਫਲਾਂ, ਉਹ ਨਹੀਂ ਹੈਗੇ, ਆਜ਼ਾਦ ਖਿਆਲ ਲੋਕ ਨੇ, ਜਾਂ ਸਮਝਦਾਰ ਲੋਕ ਨੇ, ਜਾਂ ਵਫਾਦਾਰੀ ਚੇਂਜ ਕਰਕੇ ਬੇਵਫਾਈ ਕਰਦੇ ਨੇ? ਇਹ ਕੀ ਚੱਕਰ ਹੈਗਾ ਜੀ? ਦੋ ਚੀਜ਼ਾਂ ਨੇ। ਹਾਂਜੀ। ਇੱਕ ਤੇ ਆਦਦੀ ਤੌਰ ਤੇ ਜ਼ਿਆਦਾ ਨੇ ਇਸ ਖਿੱਤੇ ਚ, ਜਿਹੜੀ ਮੇਨ ਵਜ੍ਹਾ। ਠੀਕ ਹੈ। ਆਦਦੀ ਤੌਰ ਤੇ ਜ਼ਿਆਦਾ ਨੇ। ਨੰਬਰ 2 ਵਜ੍ਹਾ ਹੈ ਭੋਲੇ ਨੇ। ਅੱਛਾ। ਤੇ ਸੂਫੀਆਤ ਦੇ ਮੰਨਣ ਵਾਲੇ ਨੇ। ਠੀਕ ਹੈ। ਜਿੰਨੇ अजीम दानश्वर और सूफिया खुदा ताला ने इस धरती नूं दिते ने, किसी होर धरती नूं नहीं दिते। नहीं अपने लेकिन ਉਹਦੇ ਚ सूफिया दी तालीमात दी वजह नाल ਇਹ ਲੋਕਾਂ ਨੂੰ ਹਮੇਸ਼ਾ ਸਪੇਸ ਦਿੰਦੇ ਰਹੇ ਨੇ, ਰਸਤਾ ਦਿੰਦੇ ਰਹੇ ਨੇ। ਇਹੀ ਵਜ੍ਹਾ ਹੈ ਕਿ गजनवी जैसे डाकू 17 पंजाब नूं रोंद के, कोई अजीब इतफाक नहीं है कि गजनवी उदों ही हमला करता सी हिंदुस्तान ते पंजाब तो लंघ के जाता सी जो फसल तैयार होंदी गजन दी तारीख हुआए ਉਹ फसल लुटदा सी पंजाब दी। ठीक है। असी उदों ਅਸੀਂ ਹਰ ਆਉਣ ਵਾਲੇ ਨੂੰ, ਈਵਨ ਕਿ ਸਿਕੰਦਰ ਆਜ਼ਮ ਆਇਆ, ਉਹਨੇ ਪੰਜਾਬ ਦਾ ਰੁਖ ਕੀਤਾ। ਪੰਜਾਬ ਇੱਕ ਜ਼ਰਖੇਜ਼ ਇਲਾਕਾ ਅੱਜ ਵੀ ਦੁਨੀਆ ਤੇ ਨਹੀਂ, ਜ਼ਰਖੇਜ਼ ਤੇ ਹੈ, ਲੇਕਿਨ ਉਹ ਸਾਰੇ ਕਦੀ ਪੰਜਾਬ ਦੀ ਤਾਰੀਖ, ਮੁਜ਼ਾਮਤ ਦੀ ਤਾਰੀਖ ਨਹੀਂ ਹੈਗੀ। ਸਵਾਏ ਲੋਕੀ ਕਹਿੰਦੇ ਨੇ ਕਿ ਰਣਜੀਤ ਸਿੰਘ ਤੋਂ ਬਾਅਦ ਜਿਹੜਾ ਹੈਗਾ ਨਾ ਪੰਜਾਬ ਦੀ ਮਾਂ ਨੇ ਕੋਈ ਜਿਹੜਾ ਹੈਗਾ ਨਾ ਕੋਈ ਬੱਚਾ ਨਹੀਂ ਜਣਿਆ,
ਕੋਈ ਜਿਹੜਾ ਵਾਕਈ ਜਿਹੜਾ ਦਲੇਰ ਬੱਚਾ ਜਿਹੜਾ ਹੈਗਾ ਨਾ ਰਣਜੀਤ ਸਿੰਘ ਤੋਂ ਬਾਅਦ ਨਹੀਂ ਕਿਸੇ ਨੇ ਪੈਦਾ ਕੀਤਾ। ਤੇ ਇਹ ਤੁਸੀਂ ਮਤਲਬ ਇਹ ਖੂਬੀ ਹੈ ਪੰਜਾਬੀਆਂ ਦੀ ਕਿ ਸਾਰੇ ਬੰਦਾ ਅੱਗੇ ਲੰਘ ਜਾਂਦਾ, ਸਭ ਨੂੰ ਵੈਲਕਮ ਕਹਿੰਦੇ ਨੇ। ਗੱਲ ਕਰਦੇ ਹੋ ਤੁਸੀਂ, ਪੀਪਲ ਪਾਰਟੀ ਦੇ ਜਾਲੇ ਹੋ, ਤੁਸੀਂ ਪੀਪਲ ਪਾਰਟੀ ਦੇ ਅਹੁਦੇਦਾਰ ਹੋ। ਪੰਜਾਬ ਚੋਂ ਭੱਟੋ ਵਾਸਤੇ 4 ਸ਼ਹਾਦਤਾਂ ਹੋਈਆਂ, ਚਾਰੇ ਕੌਣ ਸਨ? ਪੰਜਾਬੀ ਨਹੀਂ ਸਨ? ਬਿਲਕੁਲ ਪੰਜਾਬੀ ਸੀ। ਤੇ ਪੰਜਾਬ ਦੀ ਮਾਂ ਨੇ ਸਾਬਤ ਕੀਤਾ ਕਿ ਪੰਜਾਬ ਦੀ ਮਾਂ ਅੱਜ ਵੀ ਮਜ਼ਾਮਤ ਕਰਦੀ ਹੈ। ਆਪ ਨੂੰ ਵੀ ਅੱਜ ਵੀ ਆਪਣੇ ਪੰਜਾਬ ਦੀ ਮਾਂ ਸ਼ੇਰਨੀ, ਉਹ ਸ਼ੇਰਨੀ ਅੱਜ ਵੀ ਆਪਣੇ ਬੱਚਿਆਂ ਨੂੰ ਉਹੀ ਆਪਣੇ ਸ਼ੇਰਾਂ ਦੇ ਕਰਤੱਵ ਸਿਖਾਉਂਦੀ ਹੈ। ਤੁਸੀਂ ਇਹ ਵੇਖੋ ਕਿ ਸਿਕੰਦਰ ਆਜ਼ਮ ਆਇਆ, ਰਾਜਾ ਪੋਰਸ ਕੌਣ ਸੀ? ਪੰਜਾਬੀ ਸੀ ਬਿਲਕੁਲ। ਉਹਨੇ ਫੜ ਕੇ ਵਕਤ ਨਾ ਪਾਤਾ ਉਹਨੂੰ, अब मारिया उन्होंने जख्मी किया, आगे जाके मर गया सिकंदर आजम। अच्छा, लेकिन वही बदकिस्मती है कि ਅਸੀਂ ਰਾਜਾ ਪੋਰਸ ਦੇ ਬਾਰੇ ਚ ਤੁਸੀਂ ਅੱਜ ਵੀ ਵੇਖ ਲਓ, ਪਾਕਿਸਤਾਨ ਦੀ ਪਾਕ ਫੌਜ ਨੂੰ ਜਿਹੜੇ ਇਸ ਟਾਈਮ 9 ਜਾਂ 10 ਜਿਹੜੇ ਨੇ ਨਿਸ਼ਾਨੇ ਹੈਦਰ ਨੇ, ਤੁਸੀਂ ਗਿਣੋ ਪੰਜਾਬ ਦੇ ਕਿੰਨੇ ਨੇ? ਸਾਰੇ ਪੰਜਾਬ ਦੇ ਨੇ। ਬਿਲਕੁਲ। ਅੱਛਾ, ਮੈਨੂੰ ਇਹ ਦੱਸੋ ਕਿ ਰਾਜਾ ਪੋਰਸ ਤੇ ਤੁਸੀਂ ਗੱਲ ਕੀਤੀ ਹੈ ਤੇ ਕਦੀ ਹਿਸਟਰੀ ਦੇ ਵਿੱਚ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਰਾਜਾ ਪੋਰਸ ਨੂੰ ਤਾਂ ਕੋਈ ਮਤਲਬ ਅਸੀਂ ਮਿਸਾਲ ਦੇ ਵਿੱਚ ਵੀ ਦਿੰਦੇ ਆ ਕਿ ਜੀ ਰਾਜਾ ਪੋਰਸ ਤੂੰ ਤੇ ਆਪਣੇ ਹਾਥੀ ਆਪਣੇ ਚੀਜ਼ ਵਾੜ ਤੇ ਕੋਈ ਉਹਨੂੰ ਨੈਗੇਟਿਵ ਬੁਨਿਆਦ ਤੇ ਹੀ ਉਹਨੂੰ ਲਿੱਤਾ ਜਾਂਦਾ, ਕਦੀ ਉਹਨੂੰ ਐਜ਼ ਅ ਹੀਰੋ ਨਹੀਂ ਪੇਸ਼ ਕੀਤਾ ਜਾਂਦਾ। ਇਹ ਦੀ ਕੀ ਵਜ੍ਹਾ ਹੈ? ਸਰ ਇਹ ਕਿਉਂਕਿ ਇਹ ਤਾਰੀਖ ਲਿਖਾਈ ਅੰਗਰੇਜ਼ਾਂ ਨੇ। ਅੰਗਰੇਜ਼ਾਂ ਨੇ ਉਹਨਾਂ ਪਿੱਠੂਆਂ ਨੇ ਜਿਹੜੇ ਇਸ ਕੌਮ ਨੂੰ, ਇਸ ਇਲਾਕੇ ਨੂੰ, ਇਸ ਸਮਾਜ ਨੂੰ, ਇਸ ਸਕਾਫਤ ਨੂੰ ਆਪਣੇ ਜ਼ੇਰੇ ਅਸਰ ਰੱਖਣਾ ਚਾਹੁੰਦੇ ਹਨ। ਉਹਨਾਂ ਆਪਣੀ ਮਰਜ਼ੀ ਦੀ ਜਦੋਂ ਲਿਖਵਾਈ, ਤਾਰੀਖ ਲਿਖਵਾਈ, ਔਰ ਤਾਰੀਖ ਦੇ ਵਿੱਚ ਜਿਹੜਾ ਰਾਜਾ ਪੋਰਸ ਨੂੰ ਜਿਹੜਾ ਉਹ ਸ਼ਿਕਸਤ ਖੋਰਦਾ ਹੁਕਮਰਾਨ ਦੇ ਤੌਰ ਤੇ ਪੇਸ਼ ਕੀਤਾ ਗਿਆ। ਔਰ ਉਹ ਮਿਸਾਲ ਵੀ ਜਿਹੜੇ ਦਿੰਦੇ ਨੇ ਕਿ ਇੱਕ ਬਾਦਸ਼ਾਹ ਦੂਸਰੇ ਬਾਦਸ਼ਾਹ ਸੇ ਕਿਆ ਬਿਲਕੁਲ ਸਾਰੀਆਂ ਕਹਾਣੀਆਂ ਨੇ, ਇਹਨਾਂ ਦਾ ਤਾਰੀਖ ਦੇ ਵਿੱਚ ਕਿਸੇ ਕਿਤਾਬ ਦੇ ਵਿੱਚ ਕੋਈ ਜ਼ਿਕਰ ਨਹੀਂ। ਇਹ ਸਾਰੀਆਂ ਬੁਨਿਆਦੀ ਤੌਰ ਤੇ ਉਹ ਕਹਾਣੀਆਂ ਨੇ ਜਿਹੜੀਆਂ ਤਿਆਰ ਕੀਤੀਆਂ ਗਈਆਂ ਪੰਜਾਬੀ ਨੂੰ ਡਿਗਰੇਡ ਕਰਨ ਵਾਸਤੇ। ਨਹੀਂ, ਮੈਨੂੰ ਆਪਣੇ ਇਹ ਦੱਸੋ ਆਪਣੇ ਵਿਲਾਇਤ ਸਾਹਿਬ ਕਿ ਇਹ ਸਾਰਾ ਕੁਝ ਜਿਹੜਾ ਤੁਸੀਂ ਰੋਣਾ ਰੋ ਰਹੇ ਹੋ ਪੰਜਾਬੀ ਦੇ ਬਾਰੇ ਚ, ਇਹ 47 ਤੋਂ ਬਾਅਦ ਹੋਇਆ ਜਾਂ 47 ਤੋਂ ਪਹਿਲੇ ਵੀ ਸੀ? ਇੰਡੀਅਨ ਪੰਜਾਬ ਇੱਕ ਬਹੁਤ ਹੀ ਵਾਈਬ੍ਰੈਂਟ, ਉਹਨਾਂ ਦਾ ਕਲਚਰ, ਉਹਨਾਂ ਦੇ ਡਾਂਸਸ, ਉਹਨਾਂ ਦਾ ਡਰੈਸ, ਉਹਨਾਂ ਦਾ ਮਿਊਜ਼ਿਕ, everything is like ਜਿਹੜਾ ਨਾ ਬੜਾ ਇਵਨ ਆਊਟਸਾਈਡ ਇੰਡੀਆ, ਪੰਜਾਬ ਜੇ ਤੁਸੀਂ ਵੇਖੋ ਇੱਥੇ ਦਾ ਕੈਨੇਡਾ ਦੇ ਵਿੱਚ ਜਿੱਥੇ ਵੀ ਰਹਿੰਦੇ ਨੇ, ਵੈਨਕੂਵਰ ਚ ਰਹਿੰਦੇ ਨੇ, ਆਸਟ੍ਰੇਲੀਆ ਚ ਰਹਿੰਦੇ ਨੇ, ਯੂਕੇ ਚ ਰਹਿੰਦੇ ਨੇ, ਉਹ ਪੂਰਾ ਇੱਕ ਉਹਨਾਂ ਦੀ ਯੂਨਿਟੀ ਹੈ, ਪਤਾ ਚੱਲਦਾ ਕਲਚਰ ਦਾ, ਉਹਨਾਂ ਦੇ ਬੱਚੇ ਪੰਜਾਬੀ ਬੋਲਦੇ ਨੇ। ਉਹਨਾਂ ਨੇ ਕਿਵੇਂ ਸਰਵਾਈਵ ਕੀਤਾ, ਇਹ ਦੱਸੋ। ਵਾਈ ਇਜ਼ ਦ ਡਿਫਰੈਂਸ? ਜੀ ਰਾਣਾ ਸਾਹਿਬ, ਅਸਲ ਚ ਗੱਲ ਹੈ ਵੇ ਕਿ ਪੰਜਾਬੀ ਜਿਹੜਾ ਸੀ ਤਕਸੀਮ ਤੋਂ ਪਹਿਲਾਂ ਔਰ ਤਕਸੀਮ ਤੋਂ ਬਾਅਦ, ਬਲਕਿ ਅਗਰ ਸਾਦਾ ਲਫ਼ਜ਼ਾਂ ਚ ਗੱਲ ਕੀਤੀ ਜਾਏ ਤੇ ਪੰਜਾਬ ਦਾ ਤਕਸੀਮ ਹਿੰਦ ਦਾ ਸਾਰਿਆਂ ਨਾਲ ਜ਼ਿਆਦਾ ਨੁਕਸਾਨ ਹੀ ਪੰਜਾਬ ਦਾ, ਬਲਕਿ ਸਾਰਿਆਂ ਨਾਲ ਜ਼ਿਆਦਾ ਨਹੀਂ ਲਫ਼ਜ਼, ਬਲਕਿ ਪੰਜਾਬ ਦਾ ਹੀ ਹੋਇਆ। ਬਿਲਕੁਲ। ਤਕਸੀਮ ਦੇ ਵਕਤ ਜਿਹੜੀ ਹਿੰਦੁਸਤਾਨ ਦਾ ਜੁਗਰਾਫੀਆ ਸੀ ਉਸ ਨੂੰ ਬੰਗਾਲ ਨੂੰ ਔਰ ਪੰਜਾਬ ਨੂੰ ਤਕਸੀਮ ਕੀਤਾ ਗਿਆ। ਬਿਲਕੁਲ ਠੀਕ ਹੈ। ਇਹਨਾਂ ਦੋ ਹਿੱਸਿਆਂ ਨੂੰ ਤਕਸੀਮ ਕਰਕੇ ਇਸ ਇਲਾਕੇ ਨੂੰ, ਇਸ ਇਲਾਕੇ ਦੀ ਜਿਹੜੀ ਆਬਾਦੀ ਸੀ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਕਿ ਅਸੀਂ ਤੁਹਾਨੂੰ ਇਕੱਠਿਆਂ ਨਹੀਂ ਰਹਿਣ ਦੇਣਾ। ਤਕਸੀਮ ਤੋਂ ਬਾਅਦ ਛੋਟਾ ਜਿਹਾ ਇੰਡੀਅਨ ਪੰਜਾਬ ਸੀ, ਉਹਦੇ 3 ਹਿੱਸੇ ਕਰਤੇ ਗਏ, ਚੰਡੀਗੜ੍ਹ, ਪੰਜਾਬ ਔਰ ਹਰਿਆਣਾ। ਠੀਕ ਹੈ। ਐਸੇ ਤਰ੍ਹਾਂ ਪੰਜਾਬ ਜਿਹੜਾ ਉਸ ਤਕਸੀਮ ਹਿੰਦ ਤੋਂ ਪਹਿਲਾਂ ਕਸ਼ਮੀਰ ਵੀ ਉਹਦੇ ਚ ਸੀ, ਦਿੱਲੀ ਵੀ ਉਹਦੇ ਚ ਸੀ, ਬਲਕਿ ਪਿਸ਼ਾਵਰ ਤੱਕ ਉਹਦੇ ਚ ਸੀ ਸ਼ਾਮਲ ਸੀ। ਬਿਲਕੁਲ ਬਿਲਕੁਲ। ਅੱਜ ਪੰਜਾਬ ਨੂੰ ਜਿਹੜਾ ਮਤਲਬ ਇੰਨਾ ਤਕਸੀਮ ਕੀਤਾ ਗਿਆ, ਤਕਸੀਮ ਦਰ ਤਕਸੀਮ ਕੀਤਾ ਗਿਆ ਕਿ ਅੱਜ ਪੰਜਾਬ ਨੂੰ ਮਜ਼ੀਦ ਤਕਸੀਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ। ਇਹ ਜਨੂਬੀ ਪੰਜਾਬ ਸੂਬਾ ਬਣਾਉਣ ਦੀ ਜਿਹੜੀ ਹੈ ਸਾਜ਼ਿਸ਼ ਹੈ। ਮੈਨੂੰ ਯਾਦ ਹੈ ਸ਼ਹੀਦ ਮੋਹਤਮਾ ਬੇਨਜ਼ੀਰ ਭੁੱਟੋ ਦਾ, ਉਦੋਂ ਮੈਂ ਖਸੂਸੀ ਐਲਚੀ ਸਾਂ, ਮੈਂ ਉਹਨਾਂ ਦਾ ਸਪੈਸ਼ਲ ਨੁਮਾਇੰਦਾ ਸਾਂ, ਉਹਨਾਂ ਦੇ ਕੋਲ ਦੁਬਈ ਚ ਮੌਜੂਦ ਸਾਂ।
ਤੇ ਉਹ ਇੱਕ ਮੀਟਿੰਗ ਕਰ ਰਹੀਆਂ ਹਨ ਸਿੰਧ ਦੇ MN ਦੀ। ਤੇ ਮੈਨੂੰ ਵੇਖ ਕੇ ਜਿਹੜੇ ਨਾ ਉਹ ਕੁਝ ਟੇਬਲ ਤੇ ਬੈਠੇ, ਉਹ ਅੱਜ ਵੀ ਉਹਨਾਂ ਚੋਂ ਕੁਛ MN ਨੇ, ਉਹ ਮੈਨੂੰ ਵੇਖ ਕੇ ਤੇ ਉਹਨਾਂ ਬੀਬੀ ਨੇ ਆਖਿਆ ਕਿ ਬੀਬੀ ਮੇਰੇ ਤਰਫ ਇਸ਼ਾਰਾ ਕੀਤਾ ਤੇ ਬੀਬੀ ਨੇ ਕਹਾ ਨਹੀਂ ਕੋਈ ਬਾਤ ਨਹੀਂ। ਤੇ ਮਤਲਬ ਉਦੋਂ ਵੀ ਪੰਜਾਬ ਨੂੰ ਤੇ ਹਰ ਮੁਕਾਮ ਤੇ ਹਰ ਜਗ੍ਹਾ ਨਫ਼ਰਤ ਮੌਜੂਦ ਰਹੀ ਹੈ। ਪੰਜਾਬ ਨੂੰ ਤੁਸੀਂ ਆਂਦੇ ਹੋ ਨਾ, ਅੱਜ 148 ਸੀਟਾਂ ਪੰਜਾਬ ਦੀਆਂ ਨੈਸ਼ਨਲ ਅਸੈਂਬਲੀ ਦੀਆਂ ਵਿੱਚੋਂ ਲੈਣ ਵਾਸਤੇ, ਜਿੱਤਣ ਵਾਸਤੇ ਇੱਥੋਂ ਪੰਜਾਬ ਦੀ ਜ਼ਰੂਰਤ ਪੈਂਦੀ ਹੈ। ਬਿਲਕੁਲ ਪੈਂਦੀ ਹੈ। ਲੇਕਿਨ ਜਿੱਤਣ ਤੋਂ ਬਾਅਦ ਫੌਰੀ ਤੌਰ ਤੇ ਪੰਜਾਬ ਜਿਹੜਾ ਉਹ ਮਤਲਬ ਅੱਜ ਨਿਆਜ਼ੀ ਸਾਹਿਬ ਵੀ ਸੀਟਾਂ ਲੈ ਕੇ ਪੰਜਾਬ ਤੋਂ, ਕੱਲ ਮੁਸਲਿਮ ਲੀਗ ਵੀ ਲੈ ਕੇ ਪੰਜਾਬ ਤੋਂ ਤੇ ਆਪਣੀ ਇਕਤਦਾਰ ਹਾਸਲ ਕਰਦੇ ਨੇ। ਲੇਕਿਨ ਇਕਤਦਾਰ ਹਾਸਲ ਕਰਨ ਤੋਂ ਬਾਅਦ ਉਹ ਜਿਸ ਤਰ੍ਹਾਂ ਪੰਜਾਬ ਦੇ ਨਾਲ ਸਲੂਕ ਕਰਦੇ ਨੇ, ਇਸ ਤਰ੍ਹਾਂ ਸਲੂਕ ਕੋਈ ਆਪਣੀ 8ਵੀਂ ਬੀਵੀ ਨਾਲ ਵੀ ਨਹੀਂ ਕਰਦਾ। 8ਵੀਂ ਬੀਵੀ ਸਭ ਤੋਂ ਪਿਆਰੀ ਹੁੰਦੀ ਹੈ ਸਰ। ਤੁਸੀਂ ਕੀ ਗੱਲ ਕੀਤੀ ਹੈ? ਉਹ ਤੇ ਬਾਈ ਚੋਇਸ ਕੀਤੀ ਹੁੰਦੀ ਹੈ ਤੁਸੀਂ। ਇਹ ਗੱਲ ਮਿਸਾਲ ਦੇ ਦਿੱਤੀ ਤੁਸੀਂ। ਤਜਰਬੇ ਦੀਆਂ ਗੱਲਾਂ। ਅੱਛਾ ਚਲੋ ਠੀਕ ਹੈ। ਤੇ ਅੱਛਾ ਮੈਨੂੰ ਇਹ ਦੱਸੋ ਕਿ ਕਲਚਰਲ ਫਰੰਟ ਦੇ ਉੱਤੇ ਹੁਣ ਪੰਜਾਬ ਦੇ ਵਿੱਚ ਕੀ ਤੁਸੀਂ ਚਾਹੁੰਦੇ ਹੋ ਕਿ ਕੀ ਹੋਣਾ ਚਾਹੀਦਾ? ਇੱਕ ਤੇ ਕਾਨੂੰਨੀ ਤੌਰ ਤੇ ਲੈਜਿਸਲੇਸ਼ਨ ਜਿਹੜੀ ਕਨਸਟੀਟਿਊਸ਼ਨਲ ਤੁਸੀਂ ਅਮੈਂਡਮੈਂਟ ਕੀ ਚਾਹੁੰਦੇ ਹੋ? ਤੁਸੀਂ ਚਾਹੁੰਦੇ ਹੋ ਕਿ ਕਲਚਰ ਨੂੰ ਕਿਵੇਂ ਪ੍ਰਮੋਟ ਕੀਤਾ ਜਾ ਸਕਦਾ ਹੈ ਪੰਜਾਬ ਦਾ, ਤੇ ਮਤਲਬ ਜਿਹੜੇ ਲੈਂਗੁਏਜ ਨੂੰ ਤਰਵੀਜ ਕਿਵੇਂ ਦਿੱਤੀ ਜਾ ਸਕਦੀ ਹੈ? ਦੇਖੋ ਬੱਚਿਆਂ ਵਾਸਤੇ ਵੀ ਮੁਸ਼ਕਲ ਹੈ, ਇੱਕ ਸਾਡੀ ਉਰਦੂ ਵੀ ਸਿੱਖਣਾ ਸਾਨੂੰ ਵਾਸਤੇ ਲਾਜ਼ਮੀ ਹੈਗਾ, ਪੰਜਾਬੀ ਵੀ ਸਿੱਖਣੀ ਹੈ, ਫਿਰ ਅਸੀਂ ਅੰਗਰੇਜ਼ੀ ਵੀ ਸਿੱਖਣੀ ਹੈ। ਠੀਕ ਹੈ, ਦੋ ਲੈਂਗੁਏਜ ਤੇ ਬੰਦਾ ਸਿੱਖ ਲੈਂਦਾ ਹੈ। ਰਾਜ ਸਾਹਿਬ ਸਾਰਿਆਂ ਨਾਲੋਂ ਪਹਿਲਾਂ ਬੇਸਿਕ ਰਾਈਟਸ ਜਿਹੜੇ ਨੇ ਉਹ ਮੰਗੀਦੇ ਨੇ। ਸਹੀ ਹੈ। ਅਸੀਂ ਪੰਜਾਬ ਨੈਸ਼ਨਲ ਪਾਰਟੀ ਬਣਾਉਣ ਦਾ ਮਤਲਬ ਹੀ ਹੈ ਵੇ ਪੰਜਾਬੀ ਪ੍ਰਚਾਰ ਤੰਜ਼ੀਮ ਦਾ ਸਾਡਾ ਲੋਗੋ ਹੀ ਹੈ ਵੇ ਕਿ ਸਾਰਿਆਂ ਨਾਲੋਂ ਪਹਿਲਾਂ ਸਾਨੂੰ ਪੰਜਾਬੀ ਪੜ੍ਹਾਓ, ਪੰਜਾਬੀ ਪੜ੍ਹੋ, ਪੰਜਾਬੀ ਬੋਲੋ, ਸਾਡਾ ਨਿਸਾਬ ਪੰਜਾਬੀ ਚ ਹੋਵੇ। ਸਿਰਫ ਪ੍ਰਾਇਮਰੀ ਨਹੀਂ, ਅਸੀਂ ਪੰਜਾਬੀ ਚ ਇੰਜੀਨੀਅਰਿੰਗ ਕਰੀਏ, ਅਸੀਂ ਪੰਜਾਬੀ ਚ ਡਾਕਟਰੇਟ ਕਰੀਏ, ਅਸੀਂ ਪੰਜਾਬੀ ਚ ਸਾਇੰਸ ਚ ਮਤਲਬ ਜਿੰਨੇ ਵੀ ਅਲੂਮ ਨੇ ਅਸੀਂ ਉਹਨਾਂ ਚ ਜਿਹੜੀ ਹੈ ਉਹਦੇ ਮਾਸਟਰ ਜਿਹੜਾ ਪੰਜਾਬੀ ਚ ਕਰੀਏ। ਠੀਕ ਹੈ। ਅੱਛਾ ਇੱਕ ਜ਼ਿਆਲਕ ਦੇ ਜ਼ਮਾਨੇ 'ਚ ਕੋਸ਼ਿਸ਼ ਹੋਈ ਸੀ ਉਰਦੂ ਬੋਰਡ ਦੀ ਕਿ ਉਹਨਾਂ ਨੇ ਜਿਹੜੀ ਇੰਜੀਨੀਅਰਿੰਗ ਤੇ ਜਿਹੜੇ ਟੈਕਨੀਕਲ ਵਰਡਸ ਨੇ ਸਾਰੇ ਉਹ ਸਾਰੇ ਉਰਦੂ 'ਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ। ਉਹ ਬੜੇ ਅਜੀਬੋ-ਗਰੀਬ ਮਜ਼ਾਕਾ ਖੇਜ ਜਿਹੜੇ ਨਾ ਸਮਝ ਆਉਂਦੇ ਕਿਸੇ ਨੂੰ, ਨਾ ਕੁਛ ਆਉਂਦੇ। ਹੁਣ ਪੰਜਾਬੀ 'ਚ ਅਸੀਂ ਕੰਪਿਊਟਰ ਨੂੰ, ਅਸੀਂ ਸਾਇੰਸ ਨੂੰ, ਇਹਨੂੰ COVID-19 ਨੂੰ ਅਸੀਂ ਕੀ ਕਵਾਂਗੇ? ਵੇਖੋ ਇਹ ਗੱਲਾਂ ਜਿਹੜੀਆਂ ਨੇ ਇਹ ਕੋਈ ਜ਼ਿਆਦਾ ਅਹਿਮੀਅਤ ਨਹੀਂ ਰੱਖਦੀਆਂ। ਜਿਸੇ ਜਿਹੜਾ ਲਫ਼ਜ਼ ਅਗਰ ਤੁਸੀਂ ਇੰਗਲਿਸ਼ ਜ਼ਬਾਨ ਕੋਈ ਇਹਨੂੰ ਇਸ ਵਾਸਤੇ ਨਹੀਂ ਇਸ ਤੋਂ ਨਫ਼ਰਤ ਕਰਨੀ ਚਾਹੀਦੀ ਕਿ ਗੋਰਿਆਂ ਦੀ ਜ਼ਬਾਨ ਹੈ, ਕਿਉਂਕਿ ਅੱਜ ਕੱਲ ਜਦੀਦ ਅਲੂਮ ਵਾਸਤੇ ਇੰਗਲਿਸ਼ ਇੱਕ ਰਾਬਤਾ ਲੈਂਗੁਏਜ ਹੈ। ਹਾਂਜੀ, ਰਾਬਤਾ ਲੈਂਗੁਏਜ ਬਿਲਕੁਲ। ਤੁਸੀਂ ਕੰਟੈਕਟ ਲਫ਼ਜ਼ ਯੂਜ਼ ਕਰ ਸਕਦੇ ਹੋ। ਮਤਲਬ ਤੁਸੀਂ ਲਾਜ਼ਮੀ ਜ਼ਰੂਫ ਤੇ ਕਲਾਸ ਤੇ ਲਫ਼ਜ਼ ਜਿਹੜੇ ਨੇ ਇਹਨਾਂ ਨੂੰ ਤੁਸੀਂ ਇੰਗਲਿਸ਼ ਨਾ ਯੂਜ਼ ਕਰਕੇ ਕੋਈ ਨਫ਼ਰਤ ਦਾ ਇਜ਼ਹਾਰ ਤੇ ਨਹੀਂ। ਬਿਲਕੁਲ ਸਹੀ ਗੱਲ ਹੈ। ਤੁਸੀਂ ਜਿਵੇਂ ਉਰਦੂ ਕੀ ਹੈ, ਉਰਦੂ ਚੰਦ ਜਮਾਤਾਂ ਚੰਦ ਜ਼ੁਬਾਨਾਂ ਦਾ ਮਿਕਸਚਰ ਹੈ। ਜਦੋਂ ਬਿਲਕੁਲ ਸਹੀ ਗੱਲ ਹੈ। ਮੁਗਲ ਆਏ, ਮੁਗਲ ਫੌਜਾਂ ਆਈਆਂ ਇਸ ਇਲਾਕੇ ਦੇ ਵਿੱਚ, ਤੇ ਉਦੋਂ ਉਰਦੂ ਤੁਰਕੀ ਜ਼ਬਾਨ ਦਾ ਲਫ਼ਜ਼ ਹੈ ਅੱਜ ਵੀ, ਜਿਹਦੇ ਲਸ਼ਕਰ ਦੇ ਨੇ, ਯਾਨੀ ਲਸ਼ਕਰੀ ਜ਼ਬਾਨ ਸੀ ਜਿਹੜੇ 5-7 ਕਿਸਮ ਦੀਆਂ ਜ਼ਬਾਨਾਂ ਨੂੰ ਮਿਲਾ ਕੇ ਬਣਾਈ ਗਈ। ਠੀਕ ਹੈ। ਅੱਜ ਦੀ ਜਿਹੜੀ ਪੰਜਾਬੀ ਹੈ ਜਦੀਦ ਪੰਜਾਬੀ, ਜਿਵੇਂ ਤੁਸੀਂ ਚੜ੍ਹਦੇ ਪੰਜਾਬ ਚ ਵਹਿੰਦੇ ਹੋ, ਉੱਥੇ ਪੰਜਾਬੀ ਜਿਹੜੀ ਬੋਲਦੇ ਨੇ ਅੱਧੀ ਇੰਗਲਿਸ਼ ਹੁੰਦੀ ਹੈ, ਅੱਧੀ ਪੰਜਾਬੀ। ਹਾਂਜੀ ਬਿਲਕੁਲ, ਹਾਂਜੀ ਪੰਜਾਬੀ ਹੁੰਦੀ ਹੈ। ਮਾਡਰਨਾਈਜ਼ੇਟ ਕਰੋ ਉਸ ਚੀਜ਼ ਨੂੰ, ਉਸ ਮਾਹੌਲ ਨੂੰ। ਅਸੀਂ ਅੱਜ ਵੀ ਆਨੇ ਕਿ ਤੁਸੀਂ ਪੰਜਾਬੀ ਪੜ੍ਹਾਓ, ਪੰਜਾਬੀ ਲਿਖਾਓ, ਲੇਕਿਨ ਸਾਨੂੰ ਜਦੀਦ ਪੰਜਾਬੀ ਸਿਖਾਓ, ਪੜ੍ਹਾਓ। ਬਿਲਕੁਲ ਸਹੀ ਗੱਲ ਹੈ। ਜ਼ਰੂਰਤ ਹੈ। ਠੀਕ ਹੈ। ਔਰ ਐਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਦੂਜੇ ਨਾਲ ਪੰਜਾਬੀ ਕਲਚਰ ਜਿਹੜਾ, ਤੁਸੀਂ ਵੇਖੋ ਬਸੰਤ ਲੱਗਦੀ ਹੁੰਦੀ ਸੀ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਹਰ ਜਗ੍ਹਾ, ਫੈਸਲਾਬਾਦ, ਹਰ ਸ਼ਹਿਰ ਦੇ ਵਿੱਚ ਉਸ ਬਸੰਤ ਦੇ ਵਿੱਚ ਜਿਹੜਾ ਪੂਰਾ ਪੰਜਾਬ ਜਿਹੜਾ ਉਹ ਇੰਜੋਏ ਕਰਦਾ ਸੀ, ਉਹ
ਪਤੰਗਾਂ ਚੜਾਉਂਦੇ ਹਨ। ਅੱਜ ਸਿਰਫ ਇੱਕ ਡੋਰ ਨੂੰ ਲੈ ਕੇ ਉਹ ਕਾਤਲ ਵੀ ਅਗਰ ਤੁਹਾਂ ਪਾਬੰਦੀ ਲਾਣੀ ਹੈ ਤੇ ਕਾਤਲ ਡੋਰ ਤੇ ਪਾਬੰਦੀ ਲਾਓ। ਬਿਲਕੁਲ ਸਹੀ ਗੱਲ ਹੈ। ਪਾਬੰਦੀ ਲਾਣੀ ਹੈ। ਰਾਓ ਸਾਹਿਬ ਤੁਸੀਂ ਬੜੀ ਦੇਰ ਤੋਂ ਯੂਰਪ ਵਿੱਚ ਵੀ ਆ ਗਏ ਹੋ, ਵੈਸਟਰਨ ਕਲਚਰ 'ਚ ਵੀ ਆ ਗਏ ਹੋ, ਤੁਸੀਂ ਦੱਸੋ ਬੁੱਲ ਫਾਈਟਿੰਗ ਤੇ ਹੋਰ ਬੇਸ਼ੁਮਾਰ ਗੇਮਾਂ ਜਿਹੜੀਆਂ ਨੇ ਯੂਰਪ ਦੇ ਵਿੱਚ ਹੁੰਦੀਆਂ, ਇਵਨ ਕਿ ਸਕੇਟਿੰਗ, ਇਹਨਾਂ ਵਿੱਚ ਬੰਦੇ ਨਹੀਂ ਮਰਦੇ? ਬਿਲਕੁਲ ਮਰਦੇ ਨੇ, ਬਿਲਕੁਲ ਮਰਦੇ ਨੇ। ਮੈਂ ਦਾਅਵੇ ਨਾਲ ਕਹਿ ਸਕਦਾ ਅੱਜ ਪੰਜਾਬ ਦੇ, ਅੱਜ ਤੁਹਾਡੇ ਚੈਨਲ ਤੋਂ ਵੇਖਣ ਵਾਲੇ ਜਿਹੜੇ ਲੋਕ ਨੇ, ਮੈਂ ਉਹਨਾਂ ਨੂੰ ਦਾਅਵੇ ਨਾਲ ਕਹਿਣਾ ਵਾ ਕਿ ਜਿੰਨੇ ਬੰਦੇ ਦੂਜੇ ਕਿਸੇ ਇੱਕ ਗੇਮ ਯਾਨੀ ਪਤੰਗਬਾਜ਼ੀ 'ਚ ਪੰਜਾਬ 'ਚ ਮਰਦੇ ਨੇ ਜਾਂ ਪਾਕਿਸਤਾਨ 'ਚ ਮਰਦੇ ਨੇ, ਉਹਦੇ 1000 ਗੁਣਾ ਲੋਕ ਜਿਹੜੇ ਦੂਜੇ ਗੇਮਾਂ 'ਚ ਮਰਦੇ ਨੇ। ਵਨ ਵਿਲਿੰਗ 'ਚ ਮਰ ਜਾਂਦੇ ਨੇ ਉਸ ਤੋਂ ਜ਼ਿਆਦਾ ਦੇ ਬੰਦੇ। ਵਨ ਵਿਲਿੰਗ 'ਚ ਮਰ ਜਾਂਦੇ ਨੇ। ਬਿਲਕੁਲ ਸਹੀ ਗੱਲ ਹੈ। ਫਿਰ ਜਿਹੜੀ ਬਸੰਤ ਤੇ ਪਾਬੰਦੀ ਕਿਉਂ ਲਾਈ ਜਾਂਦੀ ਹੈ? ਇਸ ਵਾਸਤੇ ਪੰਜਾਬੀ ਦਾ ਇੱਕ ਦਿਨ ਖੁਸ਼ ਹੋਣਾ ਇਹਨਾਂ ਨੂੰ ਗਵਾਰਾ ਨਹੀਂ। ਫਿਰ ਵਿਸਾਖੀ ਦਾ ਆਉਂਦਾ ਹੈ ਮੇਲਾ, ਵਿਸਾਖੀ ਦੇ ਵਿੱਚ ਕੋਈ ਨਹੀਂ, ਤੁਸੀਂ ਉਹਦੇ ਤੇ ਪੰਜਾਬੀਜ਼ਮ ਜਿੱਤ ਖੇਲ ਦਿੱਤਾ ਗਿਆ। ਬਿਲਕੁਲ ਸਹੀ ਗੱਲ ਸਾਡੇ ਤੇ ਗੈਰ ਕਲਚਰਲ ਪੇਸ਼ਮਾਮ ਲਿਆ ਕੇ ਮੁਸੱਦਤ ਕਰ ਦਿੱਤੇ ਗਏ ਨੇ। ਬਿਲਕੁਲ ਸਹੀ ਗੱਲ। ਸਾਡੇ ਉੱਤੇ ਉਹਨਾਂ ਨੂੰ ਸਾਡੀ ਸਕਾਫਤ ਨਾਲ ਉਹ ਨਸਵਾਰ ਖਾਨ ਨੂੰ ਤੇ ਐਨ ਇਸਲਾਮੀ ਸਮਝਦੇ ਨੇ, ਲੇਕਿਨ ਬਸੰਤਬਾਜ਼ੀ ਉਹਨਾਂ ਦੇ ਗੈਰ ਇਸਲਾਮੀ ਤਿਉਹਾਰ ਹੈ। ਤਿਉਹਾਰ ਮਜ਼ਹਬ ਨਾਲ ਤਾਂ ਨਹੀਂ ਹੁੰਦਾ। ਬਿਲਕੁਲ ਸਹੀ ਗੱਲ ਹੈ, ਤੇ ਖੁਸ਼ੀ ਦੀ ਗੱਲ ਹੈ। ਭਾਈ ਨਹੀਂ ਰਹਿੰਦੇ ਪੰਜਾਬ 'ਚ, ਹਿੰਦੂ ਨਹੀਂ ਰਹਿੰਦੇ ਪੰਜਾਬ 'ਚ, ਸਿੱਖ ਨਹੀਂ ਰਹਿੰਦੇ। ਬਿਲਕੁਲ ਸਹੀ ਹੈ। ਅੱਜ ਤੋਂ 200 ਸਾਲ ਪਹਿਲਾਂ ਤੇ ਸਾਰਾ ਪੰਜਾਬ ਹੀ ਗੈਰ ਮੁਸਲਿਮ ਸੀ। ਬਿਲਕੁਲ ਸਹੀ ਗੱਲ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਆਪਣੇ ਪ੍ਰੋਗਰਾਮ ਦਾ ਵਕਤ ਸਾਡਾ ਖਤਮ ਹੋ ਰਿਹਾ ਹੈ, ਤੇ ਤੁਸੀਂ ਔਰ ਪੰਜਾਬੀ ਕਲਚਰਲ ਡੇ ਦੇ ਉੱਤੇ ਕੋਈ ਮੈਸੇਜ ਦੇਣਾ ਚਾਹੋ, ਕੋਈ ਛੋਟਾ ਜਿਹਾ ਪੰਜਾਬੀ ਆਵਾਮ ਨੂੰ, ਪਾਕਿਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਤੇ ਆਲ ਓਵਰ ਦਾ ਵਰਲਡ ਜਿਹੜੀ ਪੰਜਾਬੀ ਕਮਿਊਨਿਟੀ ਰਹਿੰਦੀ, ਉਹਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ? ਮੈਂ ਤੁਹਾਡੇ ਇਸ ਟੀਵੀ ਚੈਨਲ ਦੇ ਥਰੂ ਰਾਓ ਸਾਹਿਬ ਪੂਰੀ ਦੁਨੀਆ ਦੇ ਪੰਜਾਬੀਆਂ ਨੂੰ, ਪੂਰੀ ਦੁਨੀਆ ਦੇ 22 ਕਰੋੜ ਤੋਂ ਜ਼ਿਆਦਾ ਪੰਜਾਬੀਆਂ ਨੂੰ, ਜਿਹੜੇ ਲਹਿੰਦੇ ਤੇ ਚੜ੍ਹਦੇ ਪੰਜਾਬ ਤੇ ਪੂਰੀ ਦੁਨੀਆ 'ਚ ਫੈਲੇ ਪੰਜਾਬੀਆਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬੀ ਹੁਣ ਜਾਗ ਗਿਆ। ਇਹਨੂੰ ਤੁਸੀਂ ਭਾਵੇਂ ਪੰਜਾਬੀ ਜਾਗ ਦਾ ਨਾਂ ਸਮਝ ਲਓ, ਜਾਂ ਇਹਨੂੰ ਪੰਜਾਬੀ ਜਾਗ, ਤੇਰੀ ਇਨਸਾਨੀਅਤ ਜਾਗ ਜਾਣੀ ਚਾਹੀਦੀ ਹੈ। ਇਸ ਵਾਸਤੇ ਕਿ ਆਪਣੇ ਬੱਚਿਆਂ ਨੂੰ ਮੁਸਤਕਬਲ ਦੇਣ ਵਾਸਤੇ, ਆਪਣੇ ਪੰਜਾਬ ਦੀ ਧਰਤੀ ਦੀ ਹਿਫਾਜ਼ਤ ਕਰਨ ਵਾਸਤੇ, ਆਪਣੇ ਕਲਚਰ, ਆਪਣੀ ਸਕਾਫਤ ਦੀ ਯਾਨੀ ਬਚਾਉਣ ਵਾਸਤੇ ਪੰਜਾਬੀ ਨੂੰ ਜਾਗਣਾ ਪਏਗਾ। ਪੰਜਾਬੀ ਨੂੰ ਹੁਣ ਬੇਦਾਰ ਹੋਣਾ ਪਏਗਾ। ਹੁਣ ਸਾਨੂੰ ਲੱਸੀ 'ਚ ਦਾ ਜਿਹੜਾ ਤਾਨਾ ਸਾਨੂੰ ਦਿੱਤਾ ਜਾਂਦਾ, ਉਹ ਸਾਨੂੰ ਉੱਤੇ ਗੌਰ ਕਰਨਾ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਸਾਨੂੰ ਆਪਣੇ ਬੱਚੇ ਨੂੰ ਆਪਣੀ ਮਾਂ ਬੋਲੀ ਜ਼ਬਾਨ ਦੇਣੀ ਚਾਹੀਦੀ ਹੈ, ਆਪਣਾ ਕਲਚਰ ਦੇਣਾ ਚਾਹੀਦਾ, ਆਪਣੀ ਸਕਾਫਤ ਦੇਣੀ ਚਾਹੀਦੀ ਹੈ। ਔਰ ਪੰਜਾਬੀ ਨੂੰ ਜਦ ਤੱਕ ਕਲਚਰ ਤੋਂ ਉਹਦੀ ਸਕਾਫਤ ਨਾ ਮਿਲੀ, ਉਹਦੀ ਜ਼ਬਾਨ ਬੋਲਣ ਦਾ ਹੱਕ ਨਾ ਮਿਲਿਆ, ਤੇ ਉਨੀ ਦੇਰ ਤੱਕ ਪੰਜਾਬੀ ਮਹਿਕੂਮ ਰਹੇਗਾ, ਗੁਲਾਮ ਰਹੇਗਾ। ਔਰ ਅਸੀਂ ਇਹ ਹੁਣ ਗੁਲਾਮੀ ਦੀਆਂ ਜ਼ੰਜੀਰਾਂ ਤੋੜਾਂਗੇ ਕਲਮ ਦੀ ਤਾਕਤ ਨਾਲ, ਫਹਿਮ ਦੀ ਤਾਕਤ ਨਾਲ, ਅਕਲ ਦੀ ਤਾਕਤ ਨਾਲ, ਸੂਫੀਆ ਦੇ ਕਲਾਮ ਨਾਲ, ਆਪਣੀ ਸਕਾਫਤ ਨਾਲ। ਸਾਨੂੰ ਚੁੱਕਣਾ ਪਿਆ ਤੇ ਅਸੀਂ ਹਾਲਤ ਦੀ ਬਜਾਏ ਹੁਣ ਤਲਵਾਰ ਵੀ ਚੁੱਕਾਂਗੇ ਤੇ ਅਸੀਂ ਪੰਜਾਬ ਨੂੰ ਬਚਾਵਾਂਗੇ। बहुत शुक्रिया जनाब मतलूब वड़ायत साहब, आपका आपने टाइम निकाला और माशाल्लाह आपने बड़ी अच्छी बातें की पंजाब कल्चर के बारे में, पंजाब सकाफत के बारे में और हिस्ट्री के बारे में कि क्या मसाइल हैं। नाज़रीन, ये था आज का हमारा हाइड पार्क। अब मैं आपसे इजाज़त चाहूँगा। आपका मेज़बान ताहिर राव। मेरे प्रोग्राम को आप देखें, कमेंट करें, दोस्तों के साथ शेयर करें। मेरे चैनल हाइड पार्क को भी आप सब्सक्राइब करें और बेल आइकॉन को प्रेस करें। सब्सक्राइब के साथ जैसे कि कोई भी प्रोग्राम अपलोड हो तो वो फौरी तौर पे आप इसको देख सकें। बहुत शुक्रिया। अपना और अपने घर वालों का ख्याल रखिएगा।